ਜਿਹੜੇ ਬਾਰਡਰ ਆਫੀਸਰਸ ਹੈਗੇ ਆ ਉਹਨਾਂ ਤੇ ਇੱਕ ਸਰਵੇ ਕੀਤਾ ਗਿਆ ਸੀ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ। ਖੁਦ ਬਾਰਡਰ ਆਫੀਸਰਸ ਨੇ ਮੰਨਿਆ ਕਿ ਜਿਹੜੇ ਉਹਨਾਂ ਦੇ ਸਾਥੀ ਆ, ਜਿਹੜੇ ਕੋਲੀਗਸ ਆ ਉਹਨਾਂ ਵੱਲੋਂ ਯਾਤਰੀਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈਗੀ ਆ। ਉਹਦੇ ਵਿੱਚ ਇੰਗਲੈਂਡ ਵਾਲਿਆਂ ਨੇ ਜਾਂ ਐਂਗਲੋ ਸੈਕਸਨ ਯੂਰਪੀਅਨਸ ਨੇ ਪਹਿਲਾਂ ਪਿਰਾਮਿਡ ਸਟਰਕਚਰ ਬਣਾਇਆ ਸੀ ਤੇ ਸਭ ਤੋਂ ਇੰਪੋਰਟੈਂਟ ਤਾਂ ਹੈਗੇ ਇੰਗਲੈਂਡ ਵਾਲੇ, ਉਹਨਾਂ ਦੇ ਵਿੱਚ ਆਇਰਲੈਂਡ ਵਾਲੇ ਨਹੀਂ ਆਉਂਦੇ। ਹੁਣ ਜੇ ਆਪਾਂ ਗੱਲ ਕਰੀਏ ਕੈਲੀਫੋਰਨੀਆ ਦੀ, ਤਾਂ ਕੈਲੀਫੋਰਨੀਆ ਦੇ ਵਿੱਚ ਵੀ ਜਾਤ ਪਾਤ ਆਧਾਰਿਤ ਜਿਹੜਾ ਵਿਤਕਰਾ ਇਸ ਸਬੰਧ ਦੇ ਵਿੱਚ ਗੱਲਬਾਤ ਹੋ ਰਹੀ ਆ। ਉੱਥੇ ਕੋਈ ਕੇਸ ਵੀ ਆਇਆ ਹੈਗਾ। ਸੁਪਰੀਮ ਕੋਰਟ ਨੇ ਕੈਨੇਡਾ 'ਚ ਕਰ ਕਿਹਾ ਸੀ ਕਿ ਤੁਸੀਂ ਇੱਦਾਂ ਹੀ ਨਹੀਂ ਵੀ ਸਿੱਧੇ ਸੁਪਰੀਮ ਕੋਰਟ ਚਲ ਜਾਣਾ, ਤੁਸੀਂ ਲੈਡਰ ਚੜ੍ਹਨੀ ਹੌਲੀ ਹੌਲੀ ਚੜ੍ਹੋ, ਸਟੈਪ ਬਾਈ ਸਟੈਪ ਬਾਈ ਸਟੈਪ। ਤੇ ਇਹ ਡਿਸਕ੍ਰਿਮੀਨੇਸ਼ਨ ਇਸ ਕਰਕੇ ਆਇਆ ਕਿ ਉਹਨੇ ਕਿਹਾ ਕਿ ਮੈਂ ਇੱਕ ਸਕੈਜੂਲ ਕਾਸਟ ਦਲਿਤ ਬੰਦਾ ਹਾਂ। ontario ਸਰਕਾਰ ਵੱਲੋਂ ਟੋਰਾਂਟੋ ਤੇ ਆਟਵਾ ਦੇ ਮੇਅਰਜ਼ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਤਿਆਰੀ ਜਾ ਰਹੀ ਆ। ਕਿ ਬਹੁਤ ਸਾਰੇ ਮੇਅਰਜ਼ ਨੂੰ ਜਦੋਂ ਪੁੱਛਦੇ ਆ ਨਾ ਪ੍ਰੋਵਿੰਸ਼ੀਅਲ ਸਰਕਾਰਾਂ ਕਿ ਘਰਾਂ ਦੀਆਂ ਕੀਮਤਾਂ ਵਧੀ ਜਾਂਦੀਆਂ ਹੈ, ਤੁਸੀਂ ਪਰਮਿਟ ਕਿਉਂ ਨਹੀਂ ਇਸ਼ੂ ਕਰਦੇ? ਤੇ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਆ, ਉਹ ਤਾਂ ਗਾਇਬ ਵੀ ਹੋ ਰਹੇ ਆ। ਯੂਕਰੇਨ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ ਤੇ ਕੁਝ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਕਿ ਇਹ ਹੁਣ ਵੈਸਟ ਤੇ ਬੈਕਫਾਇਰ ਹੋਣ ਦੀ ਸੰਭਾਵਨਾ ਹੈਗੀ ਆ। ਹੁਣ ਬਹੁਤੇ ਲੋਕਾਂ ਨੇ ਤਾਂ ਇਹ ਗੱਲ ਕੀਤੀ ਹੈ ਕਿ ਜੋ ਕੁਝ 1980 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਹੋਇਆ ਸੀ ਨਾ, ਹਾਂਜੀ, ਉਹਦੀ ਰੈਪੂਟੇਸ਼ਨ ਹੀ ਚੱਲ ਰਹੀ ਹੈ ਜੀ ਯੂਕਰੇਨ ਦੇ ਵਿੱਚ। ਆਪਣੇ ਕਹਿੰਦੇ ਹੁੰਦੇ ਨੇ, ਚਣਕਿਆ ਕਹਿੰਦਾ ਹੁੰਦਾ ਸੀ, ਐਨਮੀਜ਼ ਐਨਮੀ ਇਜ਼ ਮਾਈ ਫਰੈਂਡ। ਜੀ, ਮੇਰੇ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ ਹੈ। ਜੀ, ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਇਹ ਨਾ ਸੱਚ ਹੋ ਗਈ ਆ। ਸੈਂਟਰਲ ਰੋਮ ਦੀ ਖਬਰ ਆ ਇਹ। ਉੱਥੇ ਚੋਰਾਂ ਦੇ ਇੱਕ ਗਰੋਹ ਨੇ ਨਾ ਮਿਲ ਕੇ ਯੋਜਨਾ ਬਣਾਈ ਇੱਕ ਬੈਂਕ ਲੁੱਟਣ ਦੀ। ਉਹ ਸੁਰੰਗ ਕਹਿੰਦੇ ਕਲੈਪਸ ਹੋ ਗਈ ਉਹਦੇ ਉੱਤੇ, ਹਾਂਜੀ, ਤੇ ਫਾਇਰ ਬ੍ਰਿਗੇਡ ਵਾਲੇ ਸਿੱਧੇ, ਉਹਨਾਂ ਨੂੰ ਕਈ ਘੰਟੇ ਲੱਗੇ ਉਹਨੂੰ ਥੱਲੇ ਕੱਢਣ ਨੂੰ। ਰੇਡੀਓ ਇੰਡੀਆ KFP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 17 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KFP 1110 AM ਤੇ। स्टूडियो का नंबर है 6045929191। प्रोग्राम स्वागत करते हैं डॉक्टर शिंदे पुरेवाल जी का। डॉक्टर साहब प्रोग्राम तुहाडा स्वागत है जी। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं। एक ना इंटरनल रिपोर्ट सामने आई आ, जिहड़े बॉर्डर ऑफिसर्स हैगे आ उन्हां ते एक सर्वे किया गया सी ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ। ਖੁਦ ਬਾਰਡਰ ਆਫੀਸਰਸ ਨੇ ਮੰਨਿਆ ਕਿ ਜਿਹੜੇ ਉਹਨਾਂ ਦੇ ਸਾਥੀ ਆ, ਜਿਹੜੇ ਕੋਲੀਗਸ ਆ ਉਹਨਾਂ ਵੱਲੋਂ ਯਾਤਰੀਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈਗੀ ਆ। 1/4 ਆਫੀਸਰਸ ਨੇ ਮੰਨਿਆ ਕਿ ਪਿਛਲੇ 2 ਸਾਲਾਂ ਵਿੱਚ ਇਹ ਵਿਤਕਰਾ ਉਹਨਾਂ ਨੇ ਆਪ ਹੁੰਦਾ ਦੇਖਿਆ। ਇਸ ਰਿਪੋਰਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਮੀਗ੍ਰੇਸ਼ਨ ਦੇ ਵਿੱਚ ਬਹੁਤ ਦੇਰ ਦੀ ਸਾਡੇ ਇੱਕ ਤਾਂ ਹੈਗੀ ਅਫੀਸ਼ੀਅਲ ਤੌਰ ਤੇ ਜਿਹੜੀ ਡਿਸਕ੍ਰਿਮੀਨੇਸ਼ਨ ਆ, ਵਿਤਕਰਾ ਆ, ਉਹਦੇ ਵਿੱਚ ਇੰਗਲੈਂਡ ਵਾਲਿਆਂ ਨੇ ਜਾਂ ਐਂਗਲੋ ਸੈਕਸਨ ਯੂਰਪੀਅਨਸ ਨੇ ਪਹਿਲਾਂ ਪਿਰਾਮਿਡ ਸਟਰਕਚਰ ਇੱਕ ਬਣਾਇਆ ਸੀ ਤੇ ਸਭ ਤੋਂ ਇੰਪੋਰਟੈਂਟ ਤਾਂ ਹੈਗੇ ਇੰਗਲੈਂਡ ਵਾਲੇ, ਉਹਨਾਂ ਦੇ ਵਿੱਚ ਆਇਰਲੈਂਡ ਵਾਲੇ ਨਹੀਂ ਆਉਂਦੇ। ਫਿਰ ਹੈਗੇ ਆ ਸਾਊਦਰਨ ਯੂਰਪੀਅਨ, ਫਿਰ ਹੈਗੇ ਆ ਜਿਹੜੇ ਈਸਟਰਨ ਯੂਰਪੀਅਨਸ ਆ। ਉਸ ਤੋਂ ਬਾਅਦ ਜਾ ਕੇ ਸਾਡੀ ਵਾਰੀ ਆਉਂਦੀ ਹੈ।
ਸੋ ਉਹਦੇ ਆਧਾਰ ਤੇ ਵਿਤਕਰਾ ਜਿਹੜਾ ਉਹ ਦੇਰ ਦਾ ਹੀ ਚੱਲਦਾ ਹੈ, ਉਹ ਮਨਾਂ ਦੇ ਵਿੱਚ ਵਸਿਆ ਆ। ਔਰ ਅਫੀਸ਼ੀਅਲ ਤੌਰ ਤੇ ਕਹਿੰਦੇ ਵੀ ਆ ਡਿਪਾਰਟਮੈਂਟ ਦੇ ਕਿ ਇਹ ਦੇਸ਼ਾਂ ਤੋਂ ਜੇ ਕੋਈ ਬੰਦਾ ਆਇਆ ਤਾਂ ਉਹਨੂੰ ਤੁਸੀਂ ਜ਼ਿਆਦਾ ਪੁੱਛਤਾਛ ਕਰਨੀ ਹੈ, ਜ਼ਿਆਦਾ ਸਵਾਲ ਪੁੱਛੇ ਜਾਂਦੇ ਆ, ਉਹਨਾਂ ਨੂੰ ਸਵਾਲ ਜ਼ਿਆਦਾ ਪੁੱਛੇ ਜਾਂਦੇ ਆ। ਮੈਂ ਤੁਹਾਨੂੰ ਹੁਣ 9/11 ਤੋਂ ਬਾਅਦ ਜਿੱਦਾਂ ਘਟਨਾਵਾਂ ਹੋਈਆਂ ਸੀ, ਜਿੰਨੇ ਵੀ ਮੁਸਲਮਾਨ ਦੇਸ਼ਾਂ ਤੋਂ ਬੰਦੇ ਆਉਂਦੇ ਸੀ ਉਹਨਾਂ ਨੂੰ ਇੱਕ ਪਾਸੇ ਕਰ ਲੈਂਦੇ ਸੀ। 9/11 ਦੇ ਵਿੱਚੋਂ ਇੱਥੋਂ ਸਾਡੇ ਪੈਸੀਫਿਕ ਕੋਸਟ ਦੇ ਵਿੱਚ ਇਸ ਯੂਨੀਵਰਸਿਟੀ ਵਾਸ਼ਿੰਗਟਨ ਪ੍ਰੋਫੈਸਰ ਹੁੰਦੇ ਸੀ, ਇੰਡੀਆ ਤੇ ਸਾਊਥ ਏਸ਼ੀਆ ਤੇ ਕੰਮ ਕਰਦੇ ਹੁੰਦੇ ਸੀ। ਇੱਕ ਪਰੇ ਕੈਲੀਫੋਰਨੀਆ ਤੋਂ ਇਹਨਾਂ ਦੇ ਕੋਲ ਹੀ ਆਇਆ ਸੀ। ਅਸੀਂ 3 ਜਾਣੇ ਨਾ, ਮੈਂ ਤਾਲਿਬਾਨ ਤੇ ਕੋਰਸ ਪੜਾਉਂਦਾ ਹੁੰਦਾ ਸੀ ਜੀ। ਤਾਂ ਉਹਨਾਂ ਦਿਨਾਂ ਦੇ ਵਿੱਚ 9/11 ਤੋਂ ਬਾਅਦ ਇਹਨਾਂ ਨੂੰ ਕਾਨਫਰੰਸ ਕੀਤੀ ਵਾਸ਼ਿੰਗਟਨ ਡੀਸੀ ਦੇ ਵਿੱਚ ਕਿ ਸਾਨੂੰ ਸੱਦਿਆ ਅਫੀਸ਼ੀਅਲੀ ਤੌਰ ਤੇ ਵੀ ਤੁਸੀਂ ਵੀ ਆਪਣਾ ਵਿਊ ਦਿਓ ਕਿ ਇਹ ਹੋ ਕੀ ਰਿਹਾ। ਤਾਲਿਬਾਨ ਤਾਂ ਤਾਲਿਬਾਨ ਆ, ਪਰ ਉੱਥੇ ਅਲ-ਕਾਇਦਾ ਵਾਲੇ ਕਿੱਦਾਂ ਬੈਠੇ ਆ। ਅਸੀਂ ਗਏ ਇੱਥੋਂ ਇਕੱਠਿਆਂ ਨੇ ਸਿਐਟਲ ਤੋਂ ਫਲਾਈਟ ਫੜੀ ਵੈਸੇ, ਤੇ ਉੱਥੇ ਰਾਹ ਦੇ ਵਿੱਚ ਗੱਲਾਂ ਕਰਨ ਲੱਗ ਪਿਆ। ਕਹਿੰਦੇ ਆਪਣਾ ਹੋਟਲ ਵੀ ਇੱਕੋ ਹੀ ਆ, ਇੱਦਾਂ ਕਰਾਂਗੇ ਵੀ ਇੱਕ ਟੈਕਸੀ ਕਰ ਲਵਾਂਗੇ ਜੀ। ਮੈਂ ਕਿਹਾ ਤੁਸੀਂ 2 ਜਾਣੇ ਚੱਲ ਜਾਓ, ਮੈਨੂੰ ਨਹੀਂ ਜਾਣ ਦੇਣਾ ਇਹਨਾਂ ਨੇ। ਤੁਹਾਨੂੰ ਪਹਿਲਾਂ ਹੀ ਪਤਾ ਸੀ? ਮੈਨੂੰ ਪਹਿਲਾਂ ਹੀ ਪਤਾ ਸੀ। ਉਹ ਕਹਿੰਦੇ ਨਹੀਂ, ਹੈਰਾਨੀ ਦੀ ਗੱਲ ਆ, ਆਪਣੇ ਤੋਂ ਆਪਾਂ ਨੂੰ ਗਵਰਨਮੈਂਟ ਨੇ ਤਾਂ ਇਨਵੀਟੇਸ਼ਨ ਦਿੱਤੀ। ਹਾਂਜੀ। ਇਹ ਡਿਸਕ੍ਰਿਮੀਨੇਸ਼ਨ ਤਾਂ ਕਰਦੇ ਆ, ਪਰ ਇਹਨਾਂ ਵੀ ਨਹੀਂ ਕਰਦੇ। 2 ਜਾਣੇ ਕਹਿੰਦੇ ਮੈਨੂੰ। ਮੈਂ ਕਿਹਾ ਤੁਹਾਨੂੰ ਲੱਗਦਾ ਹੀ ਆ, ਤੁਸੀਂ ਹੈਗੇ ਗੋਰੇ, ਮੇਰੇ ਨਾਲ ਏਦਾਂ ਹੋਣੀ ਆ। ਅਸੀਂ ਜਦੋਂ ਵਾਸ਼ਿੰਗਟਨ ਡੀਸੀ ਪਹੁੰਚੇ ਨਾ, ਵਾਕਿਆ ਹੀ ਏਦਾਂ ਹੋਈ। ਦੋਹਾਂ ਨੂੰ ਕੱਢ ਦਿੱਤਾ। ਮੈਨੂੰ ਕਹਿੰਦੇ ਇੱਧਰ ਬੈਠ। ਮੈਂ ਉਹਨਾਂ ਨੂੰ ਚਿੱਠੀ ਵੀ ਦਿਖਾਲਾਂ ਬਈ ਸਟੇਟ ਡਿਪਾਰਟਮੈਂਟ ਨੇ ਇੱਕ ਕਾਨਫਰੰਸ ਕਰਨੀ ਆ। ਹਾਂਜੀ। ਉਹਦੇ ਵਿੱਚ ਮੈਨੂੰ ਇਨਵੀਟੇਸ਼ਨ ਮਿਲੀ ਆ। ਹਾਂਜੀ। ਤੁਹਾਡੇ ਵੱਲੋਂ ਹੀ ਮਿਲੀ ਆ। ਮੇਰਾ ਕੋਈ ਇਰਾਦਾ ਨਹੀਂ ਸੀ ਆਉਣ ਦਾ ਇੱਥੇ ਜੀ, ਪਰ ਮੈਂ ਅਰਬੀ ਲੱਗਦਾ ਸੀ। ਮੈਂ ਜਿੱਦਾਂ ਜਿਹੜੇ ਬੰਦੇ ਫੜੇ ਸੀ ਜਿਨ੍ਹਾਂ ਦੇ, ਉਹਨਾਂ ਵਰਗੀ ਸ਼ਕਲ ਸੀ ਮੇਰੀ, ਤੇ ਮੈਨੂੰ ਵੀ ਇੱਕ ਪਾਸੇ ਮੇਰਾ ਖਿਆਲ 50 ਸਵਾਲ ਪੁੱਛੇ ਹੋਣੇ ਉਹਨਾਂ ਨੇ। ਤੇ ਉਹ ਵੈਸੇ ਜਾ ਕੇ ਪਰੇ ਬੈਠੇ ਰਹੇ 2 ਜਾਣੇ ਜਿਹੜੇ ਦੂਸਰੇ ਸਕਾਲਰ ਸੀ ਨਾ, ਤੁਹਾਡੀ ਵੇਟ ਕਰਦੇ, ਉਹ ਮੇਰੀ ਵੇਟ ਕਰਦੇ ਰਹੇ। ਤੇ ਫਿਰ ਮੈਂ ਜਦੋਂ ਥੋੜੇ ਚਿਰ ਬਾਅਦ ਉਹਨਾਂ ਦੇ ਕੋਲ ਗਿਆ ਤੇ ਉਹ ਕਹਿੰਦੇ ਵੀ ਤੂੰ ਗਲਤ ਹੈ ਤੇ ਠੀਕ ਹੀ ਸੀ। ਮੈਂ ਕਿਹਾ ਮੈਨੂੰ ਇੱਥੇ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ, ਮੈਂ ਇਹਨਾਂ ਨੂੰ ਜਾਣਦਾ ਹਾਂ। ਨਾਰਥ ਅਮਰੀਕਾ 'ਚ ਇਦਾਂ ਹੀ ਹੁੰਦੀ ਹੈ। ਦੇਖੋ ਡਾਕਟਰ ਸਾਹਿਬ, ਹਜੇ ਤਾਂ ਤੁਸੀਂ ਇਨਵੀਟੇਸ਼ਨ ਤੇ ਗਏ ਸੀ। ਬਾਈ ਚਾਂਸ ਜੇ ਤੁਸੀਂ ਇਨਵੀਟੇਸ਼ਨ ਤੇ ਨਹੀਂ ਗਏ ਹੁੰਦੇ ਫਿਰ ਉਹਨਾਂ ਨੇ ਤੁਹਾਡੇ ਤੋਂ ਹੋਰ ਵੀ ਜ਼ਿਆਦਾ ਸਵਾਲ ਪੁੱਛਣੇ ਸੀ। ਫਿਰ ਉਹ ਜਿੱਦਾਂ ਸ਼ਾਹਰੁਖ ਖਾਨ ਕਹਿੰਦਾ ਸੀ, ਮੈਂ ਜਿੰਨੀ ਵਾਰੀ ਕਹਿੰਦਾ ਅਮਰੀਕਾ 'ਚ ਗਿਆ ਮੈਨੂੰ ਇੱਕ ਪਾਸੇ ਕਰ ਲਿਆ। ਹਾਂਜੀ। ਤੇ ਉਹ ਕਰਦੇ ਆ, ਏਦਾਂ ਹੀ ਕਰਦੇ ਆ। ਤੇ ਇਨਵੀਟੇਸ਼ਨ ਸੀਗੀ ਜਾਂ ਨਹੀਂ ਸੀਗੀ, ਉਹਨਾਂ ਤੇ ਕੋਈ ਅਸਰ ਨਹੀਂ ਸੀ। ਜਿਹੜੇ ਬੰਦੇ ਉੱਥੇ ਇੰਚਾਰਜ ਸੀ ਉਹਨਾਂ ਲਈ ਤਾਂ ਇਹ ਸੀ ਵੀ ਬੰਦਾ ਜਿਹੜਾ ਆ ਇਹ ਅਰਬੀ ਲੱਗਦਾ ਦੇਖਣ ਨੂੰ। ਤੁਹਾਡੀ ਦਿੱਖ ਤੋਂ ਹੀ ਬਸ ਉਹਨਾਂ ਨੇ ਤੁਹਾਨੂੰ ਇੱਕ ਸਾਈਡ ਤੇ ਕਰ ਲਿਆ, ਦੇਖਣ ਤੋਂ ਇੱਕ ਪਾਸੇ ਕਰ ਲਿਆ। ਤਾਂ ਸਵਾਲ ਪੁੱਛਣ, ਚਲੋ ਕੋਈ ਏਦਾਂ ਦੀ ਮਾੜੀ ਗੱਲ ਤਾਂ ਨਹੀਂ ਕੀਤੀ ਉਹਨਾਂ ਨੇ ਮੇਰੇ ਨਾਲ, ਪਰ ਜਿਹੜੇ ਸਵਾਲ ਪੁੱਛਦੇ ਸੀ ਜਿੱਦਾਂ ਮੇਰੇ ਨਾਲ ਦੇ ਬੰਦੇ ਆ, ਉਹਨਾਂ ਨੂੰ ਕੋਈ ਨਹੀਂ ਸਵਾਲ ਪੁੱਛਿਆ, ਉਹ ਚਲੇ ਗਏ। ਤਾਂ ਉਹ ਬੈਠੇ ਮੇਰਾ ਇੰਤਜ਼ਾਰ ਕਰ ਰਹੇ 2 ਜਣੇ, ਮੈਨੂੰ ਸਵਾਲ ਤੇ ਸਵਾਲ ਪੁੱਛਣ ਰਹੇ ਆ। ਫਿਰ ਮੈਂ ਉਹਨਾਂ ਨੂੰ ਦਿਖਾੜਦਾ, ਮੈਂ ਆਈਡੀਜ਼ ਦਿਖਾੜੀਆਂ ਆਪਣੀਆਂ ਵੀ ਮੈਂ ਹੈ ਕੌਣ ਹੈ, ਤੇ ਉਹਨਾਂ ਨੂੰ ਦਿਖਾਇਆ ਵੀ ਮੈਨੂੰ ਤਾਂ ਤੁਹਾਡੀ ਸਰਕਾਰ ਨੇ ਸੱਦਿਆ ਹੈ। ਮੈਂ ਕਿਹਾ ਹੋਰ ਤਾਂ ਕਿਸੇ ਨੇ ਸੱਦਿਆ ਨਹੀਂ। ਇੱਥੇ ਏਦਾਂ ਹੁੰਦੀ ਆ। ਇੱਥੇ ਇੱਕ ਤਾਂ ਸਿੱਧਾ ਹੀ ਵਿਤਕਰਾ ਹੁੰਦਾ ਆ ਵੀ ਰੰਗ ਕਿੱਦਾਂ, ਕਿਹੜੇ ਦੇਸ਼ ਤੋਂ ਆਏ ਆ। ਹੁਣ ਤੁਸੀਂ ਦੇਖਿਆ ਹੋਣਾ ਕਿ ਦੁਨੀਆ ਭਰ ਦੇ ਵਿੱਚ ਇੱਕ ਐਗਰੀਮੈਂਟ ਹੈ, ਜਿਹੜੇ ਵੀ ਦੇਸ਼ ਦਾ ਪਾਸਪੋਰਟ ਹੋਵੇ ਨਾ, ਉਹ ਤੇ ਲਿਖਦੇ ਆ ਕੰਟਰੀ ਆਫ ਬਰਥ। ਹਾਂਜੀ। ਉਹ ਇਹਨਾਂ ਨੇ ਲਿਖਾਇਆ ਆ, ਯੂਰਪੀਅਨ ਨੇ ਤਾਂ ਨਾਰਥ ਅਮਰੀਕਾ ਵਾਲਿਆਂ ਨੇ ਜ਼ੋਰ ਪਾ ਕੇ, ਕਿਉਂਕਿ ਇੱਥੇ ਤਾਂ ਸਾਡੇ ਵਰਗੇ ਵੀ ਸਿਟੀਜ਼ਨ ਨੇ। ਹਾਂਜੀ। ਵੈਸੇ ਤਾਂ ਸਿਟੀਜ਼ਨ ਕੈਨੇਡੀਅਨ ਹੋਣਾ ਚਾਹੀਦਾ ਸਾਡੇ ਜੀ, ਬਿਲਕੁਲ। ਪਰ ਉਹ ਕੰਟਰੀ ਆਫ ਬਰਥ ਤੋਂ ਫਿਰ ਲਿਖਦਾ ਵੀ ਇੰਡੀਆ ਲਿਖਿਆ ਹੈ ਨਾ, ਤੇ ਇਹਨੂੰ ਇੱਕ ਪਾਸੇ ਕਰ ਲਓ। ਪਾਕਿਸਤਾਨ ਲਿਖਿਆ ਹੈ, ਇਹਨੂੰ ਇੱਕ ਪਾਸੇ ਕਰ ਲਓ। ਅਫਗਾਨਿਸਤਾਨ ਲਿਖਿਆ, ਇਹਨੂੰ ਇੱਕ ਪਾਸੇ ਕਰ ਲਓ। ਸੋ ਇਹ ਜਿਹੜਾ ਉਹ ਜ਼ੋਰ ਪਾ ਕੇ ਲਿਖਾਇਆ ਹੈ ਨਾ, ਸਾਰੇ ਹੀ ਦੁਨੀਆ ਦੇ ਵਿੱਚ ਲਿਖਾਇਆ ਹੈ ਇਹਨਾਂ ਨੇ ਕੰਟਰੀ ਆਫ ਬਰਥ। ਤੇ ਉਹ ਤੋਂ ਫਿਰ ਵਿਤਕਰਾ ਸ਼ੁਰੂ ਹੁੰਦਾ ਉਸ ਸਵਾਲ ਤੋਂ ਜੀ, ਕਿ ਚਲੋ ਸਿਟੀਜ਼ਨ ਤਾਂ ਤੁਸੀਂ ਕਹਿੰਦੇ ਆ ਨਾ, ਤੁਸੀਂ ਜਾਣੇ ਬਾਹਰ ਜਾਂਦੇ, ਅਸੀਂ ਕਹਿੰਦੇ ਅਸੀਂ ਕੈਨੇਡੀਅਨ ਹੈ। ਉਹ ਕਹਿੰਦੇ ਕੈਨੇਡੀਅਨ ਤਾਂ ਹੈਗਾ, ਤੂੰ ਪਾਸਪੋਰਟ ਦਿਖਾ। ਪਾਸਪੋਰਟ ਤੇ ਫਿਰ ਲਿਖਿਆ ਹੁੰਦਾ ਵੀ ਕੰਟਰੀ ਆਫ ਬਰਥ ਕਿਹੜੀ ਹੈ ਇਹਦੀ। ਇੱਥੋਂ ਸ਼ੁਰੂ ਕਰਦੇ ਆ। ਵੈਸੇ ਤਾਂ ਸਾਡੇ ਪਾਸਪੋਰਟ ਵੀ ਨਹੀਂ ਦੇਖਣ ਦੀ ਲੋੜ, ਮੇਰੇ ਵਰਗੇ ਬੰਦੇ ਤਾਂ ਸ਼ਕਲ ਹੀ ਦੇਖ ਕੇ ਦੱਸ ਦਿੰਦੇ ਆ ਕਿ ਠੀਕ ਹੈ ਵੀ ਇਹ ਬੰਦਾ
कम से कम यूरोप ਦਾ ਤਾਂ ਨਹੀਂ ਨਾ। ਹਾਂਜੀ ਤੇ ਇਹਨੂੰ ਇਦਾਂ ਦੇ ਸਵਾਲ ਕਰਨੇ ਆ। ਜੀ ਫੇਰ ਡਿਪੈਂਡ ਕਰਦਾ ਕਿਹਨੂੰ ਫੜਦੇ ਆ। ਜਿੱਦਾਂ ਕਿਸੇ ਜ਼ਮਾਨੇ ਜਾਪਾਨੀ ਹੁੰਦੇ ਸੀ, ਉਸ ਤੋਂ ਬਾਅਦ ਰਸ਼ੀਅਨ ਹੁੰਦੇ ਸੀ, ਮੁਸਲਮਾਨ ਬਣ ਗਏ। ਹੁਣ ਫੇਰ ਮੇਰੇ ਖਿਆਲ ਰਸ਼ੀਅਨ ਤੇ ਚਾਈਨੀਜ਼ ਆ ਗਏ। ਹਾਂਜੀ ਤੇ ਉਹਨਾਂ ਦੇ ਕੋਲੋਂ ਸਵਾਲ ਪੁੱਛੇ ਹੀ ਜਾਣੇ ਇਹਨਾਂ ਨੇ, ਹਮੇਸ਼ਾ ਹੀ ਪੁੱਛਣੇ ਆ। ਇਹ ਤਾਂ ਹੈਗਾ ਸਾਡੇ ਸਿਸਟਮ ਦੇ ਵਿੱਚ ਇੱਕ ਬਣਿਆ ਆ ਡਿਸਕ੍ਰਿਮੀਨੇਸ਼ਨ ਪਹਿਲਾਂ ਹੀ। ਹਾਂਜੀ ਕਿਉਂਕਿ ਜਿਸ ਤਰੀਕੇ ਨਾਲ ਸਾਡੀ ਇਮੀਗ੍ਰੇਸ਼ਨ ਇਵੋਲਵ ਹੋਈ ਆ ਨਾ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਉਹ ਇਸੇ ਤਰ੍ਹਾਂ ਹੋਈ ਆ ਕਿ ਪਹਿਲਾਂ ਸਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸੀ ਵੀ ਇਹ ਠੀਕ ਆਇਆ ਸਾਡੇ, ਹਾਲਾਂਕਿ ਬਾਹਰ ਜਾ ਕੇ ਐਡਵਰਟਾਈਜ਼ਮੈਂਟ ਕਰਦੇ ਆ ਕਿ ਸਾਨੂੰ ਵਿਜ਼ਿਟ ਕਰਨ ਆਓ। ਤੇ ਜੇ ਕੋਈ ਵਿਜ਼ਿਟਰ ਆਉਂਦਾ ਆ ਉਹਨਾਂ ਇਦਾਂ ਫਿਰ ਸਵਾਲ ਜਿਹੜੇ ਕਰਦੇ ਆ, ਉਹ ਜਿਹੜੇ ਵਿਜ਼ਿਟਰ ਆਉਂਦੇ ਆ ਉਹਨਾਂ ਨੂੰ ਪਤਾ ਆ ਜੀ। ਅੱਛਾ, ਹੋਰ ਤਾਂ ਹੋਰ ਗੱਲਾਂ ਤੁਸੀਂ ਦੇਖੋਗੇ, ਹੈਰਾਨੀ ਹੋਊਗੀ ਕਿ CBSE ਦੇ ਵਿੱਚ ਤੁਸੀਂ ਜੇ ਆਪਣਾ ਮੁੰਡਾ ਹੋਵੇ ਨਾ, ਪੰਜਾਬੀ ਕੋਈ ਜਾਂ ਕੁੜੀ ਹੋਵੇ, ਤੇ ਹਿੰਦੁਸਤਾਨ ਤੋਂ ਹੀ ਬੰਦਾ ਆਇਆ ਹੁੰਦਾ, ਪੰਜਾਬ ਤੋਂ ਹੀ ਬੰਦਾ ਆਇਆ ਹੋਵੇ, ਤਾਂ ਉਹਦੇ ਨਾਲ ਉਹ ਵੀ ਵਿਤਕਰਾ ਕਰਦੇ ਆ ਜੀ। ਡਾਕਟਰ ਸਾਹਿਬ, ਇਹ ਬਹੁਤ ਹੈਰਾਨੀ ਦੀ ਗੱਲ ਆ। ਵੈਸੇ ਇਹ ਹੈਰਾਨੀ ਦੀ ਗੱਲ ਹੈ। ਹਾਂਜੀ। ਅੱਛਾ, ਬਹੁਤਿਆਂ ਬੰਦਿਆਂ ਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਯਾਰ ਮੈਨੂੰ ਇੱਕ ਪਾਸੇ ਕਰ ਲਿਆ, ਉਹ ਸਵਾਲ ਹੀ ਨਹੀਂ ਪੁੱਛਣੋਂ ਹਟਦਾ ਸੀ। ਅੱਛਾ, ਫਿਰ ਉਹਨੂੰ ਪੁੱਛੋ ਵੀ ਬੰਦੇ ਦਾ ਨਾਂ ਕੀ ਸੀ। ਉਹ ਤਾਂ ਨਾਂ ਤਾਂ ਮੈਨੂੰ ਯਾਦ ਨਹੀਂ ਆਉਂਦਾ, ਪਰ ਸੀਗਾ ਆਪਣਾ ਬੰਦਾ, ਪੱਗ ਬੰਨੀ ਸੀ ਉਹਨੇ। ਹਾਂਜੀ। ਤੇ ਉਹ ਤੁਸੀਂ ਇਹਨਾਂ ਨੌਜਵਾਨਾਂ ਦੇ ਵਿੱਚ ਕੀ ਫਤੂਰ ਚੜਿਆ ਆ ਵੀ ਅਸੀਂ ਹੁਣ ਐਂਗਲੋ ਸੈਕਸਨ ਬਣ ਗਏ। ਉਹ ਆਪਣੇ ਬਰਾਉਨੀ ਪੁਆਇੰਟਸ ਅਰਨ ਕਰਨਾ ਚਾਹੁੰਦੇ ਆ ਆਪਣੇ ਬੌਸਸ ਨੂੰ ਦੱਸਣ ਲਈ ਵੀ ਅਸੀਂ ਇਹਨਾਂ ਦੇ ਨਾਲ ਜ਼ਿਆਦਾ ਸਖਤੀ ਕੀਤੀ ਹੈ। ਇੱਕ ਨੇਟਿਵ ਮੇਰਾ ਸਟੂਡੈਂਟ ਹੁੰਦਾ ਸੀ ਇੱਥੋਂ BC ਨਾਰਥ ਦੇ ਵਿੱਚੋਂ, ਉਹ ਮੈਨੂੰ ਹੱਸਣ ਲੱਗ ਪਿਆ, ਕਹਿੰਦਾ ਅਸੀਂ ਹਮੇਸ਼ਾ ਇੰਪਲੋਇਮੈਂਟ ਐਕਟ ਦੀ ਤੁਸੀਂ ਗੱਲ ਕਰਦੇ ਆ ਕਿ ਸਾਡੇ ਨਾਲ ਆਹ ਵਿਤਕਰਾ, ਸਾਡੇ ਨਾਲ ਆਹ ਵਿਤਕਰਾ। ਉਹ ਕਹਿੰਦਾ ਵੀ ਸਾਡੇ ਜਿਹੜੇ RCMP ਦੇ ਆਫੀਸਰ ਆਉਂਦੇ ਆ ਰਿਜ਼ਰਵ ਦੇ ਉੱਤੇ, ਉਹ ਰਿਜ਼ਰਵ ਤੋਂ ਵਿੱਚੋਂ ਸੀ ਉੱਥੋਂ, ਤੇ ਉੱਥੇ ਕਹਿੰਦਾ ਜਿਹੜੇ ਤਾਂ ਰਿਜ਼ਰਵ ਦੇ ਵਿੱਚ ਗੋਰੇ ਆਫੀਸਰ ਆ, ਉਹ ਤੋਂ ਤਾਂ ਅਸੀਂ ਮੰਨਿਆ ਆ, ਸਾਡੇ ਦਿਮਾਗ 'ਚ ਹੀ ਆ ਵੀ ਇਹਨੇ ਸਾਡੇ ਨਾਲ ਵਿਤਕਰਾ ਕਰਨਾ ਹੀ ਕਰਨਾ। ਪਹਿਲਾਂ ਤੋਂ ਐਕਸੈਪਟੈਂਸ ਹੈਗੀ, ਉਹ ਪਹਿਲਾਂ ਤੋਂ ਐਕਸੈਪਟੈਂਸ ਹੈ ਵੀ ਪਹਿਲਾਂ ਬਣਾਈ RCMP ਇਸ ਕਰਕੇ ਵੀ ਸਾਨੂੰ ਉਹਨਾਂ ਦਾ ਰਿਬੇਲੀਅਨ ਖਤਮ ਕਰਨ ਲਈ। ਪਰ ਕਹਿੰਦਾ ਹੈਰਾਨੀ ਦੀ ਗੱਲ ਹੁੰਦੀ, ਜਿਹੜੇ ਸਾਡੇ ਹੀ ਮੁੰਡੇ ਆ, ਸਾਡੀਆਂ ਕੁੜੀਆਂ ਜਿਹੜੀਆਂ ਰਿਜ਼ਰਵ ਦੇ ਵਿੱਚੋਂ ਉੱਠ ਕੇ ਜਾ ਕੇ RCMP, ਇਹ ਕਹਿੰਦਾ ਪਤਾ ਨਹੀਂ ਕਿੱਦਾਂ ਟ੍ਰੇਨ ਕਰਦੇ ਆ ਉਹਨਾਂ ਨੂੰ। ਕਹਿੰਦਾ ਉਹ ਉਦੋਂ ਵੀ ਸਖਤ ਹੁੰਦੇ। ਹਾਂਜੀ। ਉਹ ਦਿਖਾਲਣਾ ਚਾਹੁੰਦੇ ਹੁੰਦੇ ਆ ਵੀ ਅਸੀਂ ਤਾਂ ਹੁਣ ਗੋਰੇ ਬਣ ਗਏ ਹਾਂ ਜੀ, ਇਹ ਬੰਦੇ ਅਜੇ ਵੀ ਨੇਟਿਵ ਆ। ਹਾਂਜੀ। ਉਹ ਕਹਿੰਦਾ ਮੈਂ ਹਮੇਸ਼ਾ ਹੀ ਜਾ ਕੇ ਸੋਚਦਾ ਹੁੰਦਾ ਵੀ ਮੈਨੂੰ ਜੇ RCMP ਨੇ ਕਿਸੇ ਨੂੰ ਰੋਕਣਾ ਹੀ ਆ ਤਾਂ ਕੋਈ ਗੋਰਾ ਮਿਲੇ ਜੀ, ਕਹਿੰਦਾ ਥੋੜਾ ਜਿਹਾ ਘੱਟ ਵਿਤਕਰਾ ਕਰੂਗਾ। ਹਾਂਜੀ। ਕਹਿੰਦਾ ਜੇ ਸਾਡਾ ਬੰਦਾ ਮਿਲ ਗਿਆ ਹੁਣ ਤਾਂ ਮੈਨੂੰ ਬਾਹਰ ਕੱਢ ਲੈਣਾ। ਹਾਂਜੀ। ਹੱਥ ਖੜੇ ਕਰ, ਕਹਿੰਦਾ ਮੇਰੇ ਤੋਂ ਕੁਛ ਹੋਵੇ ਚਾਹੇ ਨਾ ਹੋਵੇ, ਹਮੇਸ਼ਾ ਉਹ ਬਾਹਰ ਕੱਢ ਕੇ ਇਹ ਪੁੱਛਦੇ ਹੁੰਦੇ ਹੱਥ ਖੜੇ ਕਰ। ਕਹਿੰਦਾ ਮੈਂ ਕਹਿੰਦਾ ਹੱਥ ਖੜੇ ਕਰਕੇ ਮੇਰੇ ਤੋਂ ਲੈਣਾ ਕੀ ਆ ਤੁਸੀਂ? ਹੱਥ ਖੜੇ ਕਰਕੇ ਕਹਿੰਦਾ ਬਟੂਆ ਹੀ ਕੱਢਦੇ ਹੁੰਦੇ ਹਮੇਸ਼ਾ। ਹਾਂਜੀ। ਮਤਲਬ ਇਹ ਵਿਤਕਰਾ ਜਿਹੜਾ ਹੈ ਇੱਕ ਸਿਰਫ ਨਸਲਵਾਦ ਦਾ ਹੀ ਨਹੀਂ ਹੈ, ਇਹਦੇ ਵਿੱਚ ਇੱਕ ਮਾਈਂਡ ਸੈਟ ਪੈਦਾ ਕੀਤਾ ਆ ਕਿ ਆਹ ਲੋਕੀ ਹੇਰਾ ਫੇਰੀ ਕਰਦੇ। ਹਾਂਜੀ। ਇਹ ਲੋਕੀ ਜਿਹੜੇ ਝੂਠ ਬੋਲਦੇ ਜੀ, ਇਹਨਾਂ ਲੋਕਾਂ ਨੇ ਗਲਤ ਤਰੀਕੇ ਨਾਲ ਇੱਥੇ ਆਉਣਾ। ਹੁਣ ਜਿਹੜੇ ਇੰਗਲੈਂਡ ਵਾਲੇ ਆਏ ਆ ਪਹਿਲਾਂ ਇੱਥੇ ਕੈਨੇਡਾ ਦੇ ਵਿੱਚ, ਇਹ ਕਿਹੜੇ ਵੀਜ਼ਾ ਲੈ ਕੇ ਆਏ ਆ ਜੀ? ਇਹ ਜਦੋਂ ਇੱਥੇ ਕੋਲੋਨਾਈਜ਼ ਕੀਤਾ ਫ੍ਰੈਂਚ ਨੇ, ਇੰਗਲਿਸ਼ ਨੇ, ਇਹ ਕੋਈ ਵੀਜ਼ਾ ਥੋੜਾ ਨੇਟਿਵ ਇੰਡੀਅਨ ਦੇ ਕੋਲ ਲੈ ਕੇ ਆਏ। ਇੱਕ ਕਾਰਟੂਨ ਹੁੰਦਾ ਸੀ ਜਿਹੜਾ ਮੈਂ ਮਲਟੀਕਲਚਰਲ ਦੀ ਕਲਾਸ 'ਚ ਵਰਤੀਦਾ ਸੀ ਅਸੀਂ, ਉਹਦੇ ਵਿੱਚ ਉਹ ਨੇਟਿਵ ਬੰਦਾ ਖੜਾ ਆ ਪਹਿਲਾਂ ਜਦੋਂ ਆਉਂਦੇ ਆ ਯੂਰਪ ਤੋਂ, ਤੇ ਉਹਨਾਂ ਨੂੰ ਪੁੱਛਦਾ ਆ ਵੀ ਤੁਹਾਡੇ ਕੋਲ ਵੀਜ਼ਾ ਹੈਗਾ? ਤੇ ਉਹ ਦੇਖਦੇ ਆ ਵੀ ਵੀਜ਼ਾ ਕੀ ਹੁੰਦਾ। ਉਹ ਕਹਿੰਦਾ ਫੇਰ ਵੀ ਇੰਪਲੀਕੇਸ਼ਨ ਇਹ ਆ ਵੀ ਸਾਡਾ ਮੁਲਕ ਹੈ। ਹਾਂਜੀ। ਹੁਣ ਤਾਂ ਤੁਸੀਂ ਲੋਕਾਂ ਨੂੰ ਪੁੱਛਦੇ ਆ ਨਾ ਦੂਜਿਆਂ ਨੂੰ ਵੀ ਵੀਜ਼ਾ ਲੈ ਕੇ ਆਏ ਆ, ਤੁਸੀਂ ਕਿਹੜਾ ਵੀਜ਼ਾ ਲੈ ਕੇ ਆਏ ਸੀ ਦੱਸੋ ਪਹਿਲਾਂ। ਹਾਂਜੀ ਡਾਕਟਰ ਸਾਹਿਬ। ਹੈ ਤੇ ਇਦਾਂ ਹੀ ਇਹ ਜਿਹੜੇ ਆਪ ਖੁਦ ਇਮੀਗ੍ਰੈਂਟਸ ਆ, ਖੁਦ ਇਮੀਗ੍ਰੈਂਟਸ ਦੇ ਬੱਚੇ ਆ, ਸਾਡੇ ਹੀ ਬੱਚੇ ਆ, ਉਹ ਵੀ ਗੋਰੇ ਬਣ ਗਏ। ਇਹਦਾ ਮਤਲਬ ਸਾਡੇ 'ਚ ਕੋਈ ਨਾ ਕੋਈ ਤਾਂ ਕਮੀ ਹੈ ਨਾ ਸਾਡੀ ਪੜ੍ਹਾਈ ਦੇ ਵਿੱਚ, ਸਾਡੀ ਪਰਵਰਿਸ਼ ਦੇ ਵਿੱਚ, ਕਿ ਅਸੀਂ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਪਏ। ਹਾਂਜੀ।
ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ, ਕਿਉਂਕਿ ਇਹ ਹੋਰ ਵੀ ਆਰਗੇਨਾਈਜੇਸ਼ਨਸ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ। ਇਹ ਤਾਂ ਚਲੋ ਰਿਪੋਰਟ ਸੀਗੀ ਜਿਹੜੀ ਬਾਰਡਰ ਆਫੀਸਰਸ ਤੇ ਆਧਾਰਿਤ ਸੀ, ਜਿਹੜੀਆਂ ਕਈ ਹੋਰ ਆਰਗੇਨਾਈਜੇਸ਼ਨਸ ਆ ਉਹਦੇ ਵਿੱਚ ਵੀ ਜਾ ਕੇ ਜਿੱਥੇ ਤੁਸੀਂ ਦੇਖਦੇ ਹੋ ਕਿ ਜਿਹੜੇ ਆਪਣੇ ਹੀ ਤੁਸੀਂ ਜਿੱਦਾਂ ਕਿਹਾ ਬੱਚੇ ਹੁੰਦੇ ਆ ਅੱਗੇ, ਤਾਂ ਉਹ ਜੇ ਕੋਈ ਉਹਨਾਂ ਦੇ ਕੋਲੇ ਫੋਰ ਐਗਜ਼ਾਮਪਲ ਆਪਾਂ ਆਪਣੀ ਲੈ ਲੈਂਦੇ ਆ ਪੰਜਾਬੀ ਸਪੀਕਿੰਗ ਪਰਸਨ ਜਾਂਦਾ, ਦੇਖੋ ਉਹਨਾਂ ਨੂੰ ਕਈ ਵਾਰੀ ਉੱਥੇ ਜੌਬ ਇਸੇ ਲਈ ਦਿੱਤੀ ਗਈ ਹੁੰਦੀ ਹੈ ਤਾਂ ਕਿ ਵੀ ਉਹ ਨਾ ਬਾਇਲਿੰਗੁਅਲ ਹੁੰਦੇ ਆ, ਵੀ ਪੰਜਾਬੀ ਬੰਦਿਆਂ ਦੀ ਹੈਲਪ ਕਰ ਸਕਣ, ਪਰ ਉਹ ਪੰਜਾਬੀ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਗੇ ਤੇ ਪ੍ਰਿਟੈਂਡ ਏਦਾਂ ਕਰਨਗੇ ਕਿ ਸਾਹਮਣੇ ਵਾਲਾ ਆਪੇ ਹੀ ਅੰਡਰਸਟੈਂਡ ਕਰੇ। ਹਜੇ ਜੇ ਕੋਈ ਉਹਦੀ ਜਗ੍ਹਾ ਤੇ ਗੋਰਾ ਆਫੀਸਰ ਹੁੰਦਾ, ਉਹ ਆਪਣੇ ਵੱਲੋਂ ਬੈਸਟ ਟਰਾਈ ਕਰਦਾ ਹੈਲਪ ਕਰਨ ਨੂੰ, ਜਿਹੜਾ ਕੋਈ ਨਾਨ ਇੰਗਲਿਸ਼ ਸਪੀਕਿੰਗ ਪਰਸਨ ਹੁੰਦਾ ਹੈਲਪ ਲਈ ਜਾਂਦਾ। ਤਾਂ ਤੁਸੀਂ ਸਭ ਤੋਂ ਮਜ਼ੇ ਵਾਲੀ ਗੱਲ ਹੁੰਦੀ ਹੈ ਜੇ ਬੈਂਕਾਂ ਦੇ ਵਿੱਚ ਜਾਂਦੇ ਹੋ ਨਾ, ਹਾਂਜੀ, ਬੈਂਕਾਂ ਦੇ ਟੈਲਰਸ ਨੂੰ ਇਸੇ ਕਰਕੇ ਰੱਖਦੇ ਕਿ ਇਹਨਾਂ ਨੂੰ ਪੰਜਾਬੀ ਆਉਂਦੀ ਆ। ਹਾਂਜੀ, ਉਹ ਇਹ ਦੇਖਦੇ ਆ ਕਿ ਇਸ ਇਲਾਕੇ ਦੇ ਵਿੱਚ ਪਹਿਲੀ ਲੈਂਗੁਏਜ ਲੋਕਾਂ ਦੀ ਜ਼ਿਆਦਾ ਕਿਹਦੀ ਆ ਜੀ। ਹੁਣ ਨਿਊਟਨ ਦੇ ਵਿੱਚ ਕੋਈ ਬੰਦਾ ਹਾਇਰ ਕਰਨਾ, ਹਰੇਕ ਬੈਂਕ ਦੀ ਕੋਸ਼ਿਸ਼ ਹੁੰਦੀ ਕਿ ਪੰਜਾਬੀ ਬੋਲਣ ਵਾਲਾ, ਕਿਉਂਕਿ ਪੰਜਾਬੀ ਬੋਲਣ ਵਾਲੇ ਜ਼ਿਆਦਾ ਰਹਿੰਦੇ ਇੱਥੇ। ਹਾਂਜੀ, ਉਹਨਾਂ ਨੇ ਜਿਹੜਾ ਕੋਈ ਬੰਦਾ ਜਾਂਦਾ ਜਿਹਨੂੰ ਨਹੀਂ ਅੰਗਰੇਜ਼ੀ ਆਉਂਦੀ, ਉਹਦੀ ਇੱਛਾ ਹੁੰਦੀ ਕਿ ਮੇਰੇ ਨਾਲ ਪੰਜਾਬੀ 'ਚ ਗੱਲ ਕਰ ਲਵੇ। ਹਾਂਜੀ, ਬਹੁਤੇ ਜਾ ਕੇ ਜੋ ਗੱਲ ਕਰਨ ਲੱਗਣਗੇ ਤਾਂ ਉਹ ਪ੍ਰਟੈਂਡ ਕਰਦੇ ਆ ਕਿ ਮੈਨੂੰ ਤਾਂ ਪੰਜਾਬੀ ਆਉਂਦੀ ਨਹੀਂ। ਹਾਂਜੀ, ਵੀ ਤੈਨੂੰ ਤਾਂ ਪੰਜਾਬੀ ਤੇ ਰੱਖਿਆ ਤਾਂ ਆ ਜਦੋਂ CV ਤੇ ਲਿਖਿਆ ਸੀ। CV ਤੇ ਹਰੇਕ ਹੀ ਬੱਚੇ ਨੇ ਨਾ, ਇੰਡੋ ਕੈਨੇਡੀਅਨ ਜਿਹਨੂੰ ਸਾਊਥ ਏਸ਼ੀਅਨ ਨਹੀਂ ਕਹਿੰਦੇ ਆ, ਹਾਂਜੀ, ਹਰ ਇੱਕ ਨੇ ਲਿਖਿਆ ਹੁੰਦਾ। ਸਾਡੇ ਕਰੀ ਅਪਲਾਈ ਕੀਤਾ ਸੀ ਕਿਸੇ ਨੇ, ਫਲੂਐਂਟ ਇਨ ਪੰਜਾਬੀ। ਪੰਜਾਬ, ਇੰਗਲਿਸ਼, ਪੰਜਾਬੀ, ਹਿੰਦੀ ਐਂਡ ਉਰਦੂ। ਹਾਂਜੀ, ਮੈਂ ਉਹਨੂੰ ਕੁੜੀ ਨੂੰ ਪੁੱਛਿਆ, ਸਾਡੇ ਅਸੀਂ ਸੈਕਟਰੀ ਰੱਖਣੀ ਸੀ, ਮੈਂ ਕਿਹਾ ਤੈਨੂੰ ਉਰਦੂ ਆਉਂਦੀ ਆ ਕਿ ਉਦਾਂ ਹੀ ਵੈਸੇ ਲਿਖਿਆ ਹੈ? ਹਾਂਜੀ, ਤਾਂ ਜਿੱਦਾਂ ਉਹ ਪੰਜਾਬੀ ਬੋਲਦੀ ਸੀ, ਉਹਨੂੰ ਕੁਛ ਨਹੀਂ ਸੀ ਉਰਦੂ ਦਾ ਪਤਾ। ਪੰਜਾਬੀ ਵੀ ਉਹ ਟੁੱਟੀ ਫੁੱਟੀ ਬੋਲਦੀ ਸੀ ਬਿਲਕੁਲ। ਮਤਲਬ ਥੋੜੇ ਬਹੁਤੇ ਅੱਖਰ ਸਿੱਖੇ ਹੋਣੇ ਜਿਹੜੇ ਉਹਨੇ ਕੇ ਆਉਂਦੇ ਸੀ ਉਹਨੂੰ ਜੀ। ਕਹਿੰਦੀ ਮੈਂ ਸਮਝ ਲੈਂਦੀ ਆ, ਕਹਿੰਦੀ। ਤੇ ਉੱਥੇ ਲਿਖਿਆ ਸੀ ਫਲੂਐਂਟ ਇਨ ਇੰਗਲਿਸ਼, ਪੰਜਾਬੀ, ਹਿੰਦੀ ਐਂਡ ਉਰਦੂ। ਉੱਤੇ ਲਿਖਿਆ ਹੁੰਦਾ ਸਪੋਕਨ ਐਂਡ ਰਿਟਨ। ਜੀ, ਬਹੁਤ ਦੋਏ। ਹਾਂਜੀ, ਵੀ ਮੈਂ ਬੋਲ ਵੀ ਲੈਂਦੀ, ਮੈਂ ਲਿਖ ਵੀ ਲੈਂਦੀ ਆ। ਹਾਂਜੀ। ਮੈਂ ਕਿਹਾ ਵੀ ਉਰਦੂ ਦਾ ਤਾਂ ਮੈਨੂੰ ਲੱਗਦਾ ਨਹੀਂ ਵੀ ਤੈਨੂੰ ਆਉਂਦਾ ਹੋਣਾ। ਹਾਂਜੀ। ਹਿੰਦੀ ਦੀ ਸਾਨੂੰ ਆਉਂਦੀ ਹੈ ਕਿਉਂਕਿ ਅਸੀਂ ਹਿੰਦੀ ਪੜ੍ਹੀ ਆ ਜੀ। ਤਾਂ ਵੈਸੇ ਤਾਂ ਤੈਨੂੰ ਪੰਜਾਬੀ ਵੀ ਨਹੀਂ ਆਉਂਦੀ ਹੋਣੀ ਲਿਖਣ। ਕਹਿੰਦੀ ਨਹੀਂ, ਮੈਨੂੰ ਲਿਖਣੀ ਨਹੀਂ ਆਉਂਦੀ। ਉਹ ਲਿਖਿਆ ਸੀ ਉੱਤੇ ਵੀ ਸਪੋਕਨ ਐਂਡ ਰਿਟਨ, ਮਤਲਬ 4 ਲੈਂਗੁਏਜ ਆਉਂਦੀਆਂ ਮੈਨੂੰ। ਉਹ ਹੈਗੀ ਜੌਬ ਲੈਣ ਦੀ ਗੱਲ। ਹਾਂਜੀ। ਵੀ ਮੈਨੂੰ ਜੌਬ ਮਿਲ ਜਵੇ ਇਹਨਾਂ 4 ਭਾਸ਼ਾ ਦਾ ਕਰਕੇ। ਹੁਣ ਭਾਸ਼ਾ ਦਾ ਕਰਕੇ ਬਿਜ਼ਨਸ ਕਿਉਂ ਹਾਇਰ ਕਰਦੇ ਆ? ਉਹ ਤਾਂ ਹੀ ਹਾਇਰ ਕਰਦੇ ਕਿ ਸਾਡੇ ਕਸਟਮਰ ਦੇ ਨਾਲ ਤੁਸੀਂ ਬੋਲੋਗੇ। ਹਾਂਜੀ। ਕਿਉਂਕਿ ਬਿਜ਼ਨਸ ਜਿਹੜਾ ਬੈਂਕ ਆ ਜਾਂ ਕੋਈ ਹੋਰ ਬਿਜ਼ਨਸ ਆ, ਉਹਨਾਂ ਨੇ ਤਾਂ ਕੱਲ ਨੂੰ ਕੋਈ ਸੈੱਲ ਫੋਨ ਵੇਚਦੀ ਹੈ ਕੰਪਨੀ, ਉਹ ਤਾਂ ਇਸੇ ਕਰਕੇ ਰੱਖਦੇ ਆ ਕਿ ਇਹ ਸਾਡੇ ਕਸਟਮਰ ਬੇਸ ਵੱਧਦਾ ਹੈ। ਹਾਂਜੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬੰਦੇ ਨੂੰ ਤੁਸੀਂ ਰੱਖ ਲਿਆ, ਇਹ ਤਾਂ ਕਹਿਣ ਨੂੰ ਹੀ ਆ, ਦੇਖਣ ਨੂੰ ਹੀ ਪੰਜਾਬੀ ਲੱਗਦੇ ਆ, ਵੈਸੇ ਇਹਨਾਂ ਦੀ ਜਿਹੜੀ ਮਨ ਆ ਉਹ ਤਾਂ ਐਂਗਲੋ ਸੈਕਸਨ ਵਾਲਾ ਆ। ਹਾਂਜੀ। ਜਿਵੇਂ ਐਂਗਲੋ ਸੈਕਸਨ ਨੂੰ ਤਾਂ ਸ਼ਾਇਦ ਪੰਜਾਬੀ ਆਪ ਵੈਸੇ ਨਹੀਂ ਆਉਂਦੀ ਕਰਕੇ ਨਹੀਂ ਬੋਲਦਾ, ਇਹਨਾਂ ਨੂੰ ਆਉਂਦੀ ਕਰਕੇ ਨਹੀਂ ਬੋਲਦੇ। ਹਾਂਜੀ। ਸੋ ਡਿਸਕ੍ਰਿਮੀਨੇਸ਼ਨ ਜਿਹੜਾ ਹੈ, ਇਹ ਸਰਵੇ ਜਿਹੜਾ ਆਇਆ ਨਾ, ਸਰਵੇ ਵੀ CBSE ਦੇ EMPLOYEES ਦਾ ਆਇਆ। ਹਾਂਜੀ। ਉਹਨਾਂ ਨੇ ਇਹ ਗੱਲ ਕੀਤੀ ਕਿ ਅਸੀਂ ਖੁਦ ਫਿਟਨੈਸ ਕੀਤਾ ਵੀ ਸਾਡੇ ਕਈ ਬੰਦੇ ਜਿਹੜੇ EMPLOYEES ਹੈ, ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਜੇ ਕਿਸੇ ਨੂੰ ਰੋਕਦੇ ਆ ਜਾਂ ਸਵਾਲ ਜ਼ਿਆਦਾ ਕਰਦੇ ਆ, ਉਹ ਕੁਛ ਇੱਕ ਬੰਦਿਆਂ ਤੋਂ ਜ਼ਿਆਦਾ ਕਰਦੇ ਆ ਜਿਨ੍ਹਾਂ ਦਾ ਰੰਗ ਵੱਖਰਾ ਹੋਵੇ, ਜਿਨ੍ਹਾਂ ਦਾ ਧਰਮ ਵੱਖਰਾ ਹੋਵੇ, ਜਿਹੜੇ ਵੱਖਰੇ ਕਿ ਦੇਸ਼ ਤੋਂ ਆਏ ਆ ਜੀ। ਹੁਣ ਯੂਰਪੀਅਨ ਦੇਸ਼ਾਂ ਦੇ ਵਿੱਚੋਂ ਜਿਹੜੇ ਲੋਕੀ ਇੱਥੇ ਆਉਂਦੇ ਆ, ਕਸਟਮ ਵਾਲੇ, CBSE ਵਾਲੇ, ਬਹੁਤੇ ਉਹਨਾਂ ਨੂੰ ਸਵਾਲ ਨਹੀਂ ਕਰਦੇ। ਹਾਂਜੀ। ਇੱਕ ਮਾਈਂਡ ਸੈਟ ਬਣਿਆ ਹੈ। ਮੈਂ ਕਿੰਗਸਟਨ ਰਹਿੰਦਾ ਹੁੰਦਾ ਸੀ ਤੇ ਉੱਥੇ ਇੱਕ ਰਸ਼ੀਅਨ ਟੀਮ ਆਈ, ਵੈਸੇ ਯੂਕਰੇਨ ਤੋਂ ਆਈ। ਉਹ ਯੂਕਰੇਨ ਦੇ ਵਿੱਚ ਜਿਹੜੇ ਰਸ਼ੀਅਨ ਬੋਲਦੇ ਨਾ, ਉਹ ਆਏ ਇੱਕ ਸਕੂਲ ਦੇ ਐਕਸਚੇਂਜ ਪ੍ਰੋਗਰਾਮ ਤੇ। ਉਹ ਮੈਨੂੰ ਕਹਿੰਦੇ ਕਿ ਅਸੀਂ ਦੇਖਣਾ ਚਾਹੁੰਦੇ ਹਾਂ। ਮੈਂ ਉੱਥੇ ਸਾਡਾ ਜਿਹੜਾ ਸਿਟੀ ਹਾਲ ਆ, ਉਹ ਪਹਿਲਾਂ ਪਾਰਲੀਮੈਂਟ ਹਾਲ ਹੁੰਦਾ ਸੀ ਵੈਸੇ, ਕਿਉਂਕਿ ਥੋੜਾ ਚਿਰ ਰਾਜਧਾਨੀ ਕੈਨੇਡਾ ਦੀ ਕਿੰਗਸਟਨ ਰਹੀ ਆ। ਤੇ ਉਹ ਕਹਿੰਦੇ ਕਿ ਬੜੀ ਵਧੀਆ ਲੱਗਦੀ ਬਾਹਰੋਂ ਦੇਖਣ ਨੂੰ ਇਮਾਰਤ।
ਤੇ ਉਹ ਦੇਖਣੀ ਆ। ਮੈਂ ਉਹਨਾਂ ਦੀ ਸੈਟਅਪ ਕੀਤੀ ਅਪੁਆਇੰਟਮੈਂਟ ਜੀ ਸਿਟੀ ਹਾਲ ਦੇ ਵਿੱਚ। ਮੈਂ ਕਿਹਾ ਵੀ ਅਸੀਂ ਆਉਣਾ ਹੈ ਲੈ ਕੇ ਬੰਦਿਆਂ ਨੂੰ। ਜਦੋਂ ਅਸੀਂ ਗਏ ਨਾ ਤੇ ਉਹ ਜਿਹੜੀ ਕੁੜੀ ਆ ਸਭ ਤੋਂ ਪਹਿਲਾਂ ਮੈਨੂੰ ਪੁੱਛਦੀ ਆ ਤੂੰ ਕਿਹੜੇ ਦੇਸ਼ ਤੋਂ ਆਇਆ। ਮੈਂ ਕਿਹਾ ਮੈਂ ਕਿਸੇ ਦੇਸ਼ ਤੋਂ ਨਹੀਂ ਆ, ਮੈਂ ਇਸ ਤੋਂ ਹੀ ਆ। ਆਹ ਬੰਦੇ ਯੂਕਰੇਨ ਤੋਂ ਆਏ ਆ, ਕਿਉਂਕਿ ਮੇਰਾ ਰੰਗ ਦੇਖ ਕੇ ਹੀ ਉਹ ਪੁੱਛਣ ਲੱਗ ਪਈ। ਹਾਂਜੀ, ਇਹ ਡਿਸਕ੍ਰਿਮੀਨੇਸ਼ਨ ਇਹ ਨਾਰਮਲ ਗੱਲ ਹੈ ਜੀ, ਐਗਜ਼ਿਸਟ ਕਰਦੀ ਹੈਗੀ ਹੈ ਨਸਲੀ ਵਿਤਕਰਾ ਜਿਹੜਾ ਹੈਗਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਹੁਣੇ ਗੱਲ ਕੀਤੀ ਸੀ ਕਿ ਬਾਰਡਰ ਸਰਵਿਸਿਜ਼ ਆਫੀਸਰ ਜਿਹੜੇ ਹੈਗੇ ਆ CBSA ਅਧਿਕਾਰੀ, ਉਹ ਖੁਦ ਮੰਨਦੇ ਆ ਕਿ ਵਿਤਕਰਾ ਉਹਨਾਂ ਦੇ ਸਹਿਯੋਗੀਆਂ ਦੁਆਰਾ ਕੀਤਾ ਜਾਂਦਾ। ਹੁਣ ਜੇ ਆਪਾਂ ਗੱਲ ਕਰੀਏ ਕੈਲੀਫੋਰਨੀਆ ਦੀ, ਤਾਂ ਕੈਲੀਫੋਰਨੀਆ ਦੇ ਵਿੱਚ ਵੀ ਜਾਤ-ਪਾਤ ਆਧਾਰਿਤ ਜਿਹੜਾ ਵਿਤਕਰਾ, ਇਸ ਸਬੰਧ ਦੇ ਵਿੱਚ ਗੱਲਬਾਤ ਹੋ ਰਹੀ ਆ। ਉੱਥੇ ਕੋਈ ਕੇਸ ਵੀ ਆਇਆ ਹੈਗਾ ਤੇ ਇਸ ਸੰਬੰਧੀ ਸਾਨੂੰ ਵਿਸਥਾਰ ਦੇ ਨਾਲ ਦੱਸੋ ਕਿ ਕੈਲੀਫੋਰਨੀਆ ਦੇ ਵਿੱਚ ਜਾਤ-ਪਾਤ ਨੂੰ ਲੈ ਕੇ ਹੁਣ ਗੱਲਬਾਤ ਕਿਉਂ ਹੋ ਰਹੀ ਆ। ਇਹ ਗੱਲ ਸ਼ੁਰੂ ਹੋਈ ਸੀ, ਸਿਸਕੋ ਦਾ ਇੱਕ EMPLOYEE ਆ, ਕੋਈ ਸਕੇਜੂਅਲ ਕਾਸਟ SC ਬੰਦਾ, ਇੰਜੀਨੀਅਰ ਹੈ। ਉਹਨੇ ਕਲੇਮ ਕੀਤਾ 2 ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਜਿਹੜੇ ਟੀਮ ਲੀਡਰਸ ਆ, ਬੌਸਸ ਆ ਸਿਸਕੋ ਦੇ ਵਿੱਚ, ਉਹ ਦੋਏ ਬ੍ਰਾਹਮਣ ਆ ਤੇ ਉਹ ਮੇਰੇ ਨਾਲ ਵਿਤਕਰਾ ਕਰਦੇ ਸੀ। ਮੈਨੂੰ ਟੀਮ ਦੇ ਵਿੱਚ ਪੂਰਾ ਸਹਿਯੋਗ ਨਹੀਂ ਦਿੰਦੇ ਸੀ, ਮੈਨੂੰ ਪ੍ਰੋਜੈਕਟ ਠੀਕ ਨਹੀਂ ਦਿੰਦੇ ਸੀ, ਮੇਰੇ ਨਾਲ ਮੇਰੀ ਆਲੋਚਨਾ ਕਰਦੇ ਸੀ। ਉਹਨਾਂ ਨੇ ਤਾਂ ਡਿਨਾਈ ਕੀਤਾ, ਉਹ ਕਹਿੰਦੇ ਅਸੀਂ ਕੁਝ ਨਹੀਂ ਕਰਦੇ ਸੀ। ਤੇ ਫਿਰ ਉਹਨਾਂ ਨੇ ਇੱਕ ਫੇਅਰ EMPLOYMENT ਸਕੀਮ ਹੈਗੀ ਹੈ ਕੈਲੀਫੋਰਨੀਆ ਦੀ, ਜਿੱਦਾਂ ਸਾਡੇ ਲੇਬਰ ਰਿਲੇਸ਼ਨ ਬੋਰਡ ਵਾਲੇ ਆ ਜਾਂਦੇ ਨੇ, ਤੇ ਉਹਨੇ ਫੇਅਰ EMPLOYMENT ਵਾਲਿਆਂ ਦੇ ਕੋਲ, ਕੈਲੀਫੋਰਨੀਆ ਸਟੇਟ ਦੇ ਕੋਲੋਂ ਆਬਜੈਕਸ਼ਨ ਕੀਤਾ। ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੋਰਟ ਦੇ ਵਿੱਚ ਕੇਸ ਲੈ ਕੇ ਜਾਊਂਗਾ, ਤੇ ਸਿਸਕੋ ਵਾਲੇ ਕਹਿੰਦੇ ਕਿ ਤੁਸੀਂ ਜਿਹੜਾ ਕੋਰਟ ਕੇਸ ਦੀ ਬਜਾਏ ਆਰਬਿਟ੍ਰੇਸ਼ਨ ਦੇ ਕੋਲ ਜਾਓ। ਜਿੱਦਾਂ ਸੁਪਰੀਮ ਕੋਰਟ ਨੇ ਇੱਥੇ ਕੈਨੇਡਾ 'ਚ ਕਿਹਾ ਸੀ ਕਿ ਤੁਸੀਂ ਇੱਦਾਂ ਹੀ ਨਹੀਂ ਵੀ ਸਿੱਧਾ ਹੀ ਸੁਪਰੀਮ ਕੋਰਟ ਚਲ ਜਾਣਾ, ਤੁਸੀਂ ਲੈਡਰ ਚੜ੍ਹਨੀ, ਹੌਲੀ ਹੌਲੀ ਚੜ੍ਹੋ, ਸਟੈਪ ਬਾਈ ਸਟੈਪ। ਕਿ ਪਹਿਲਾ ਕੰਪਲੇਂਟ ਅਸੀਂ ਕਰਦੇ ਹਮੇਸ਼ਾ ਹਿਊਮਨ ਰਾਈਟਸ ਨੂੰ ਜਾਂ ਜਿੱਦਾਂ ਹਿਊਮਨ ਰਿਸੋਰਸਿਸ ਨੂੰ ਕਰਦੇ। ਹਾਂਜੀ, ਹਰੇਕ ਹੀ ਕੰਪਨੀ ਦੀ ਕੋਲ ਜਾਂ ਇੰਸਟੀਟਿਊਸ਼ਨ ਦੇ ਕੋਲ ਪਾਲਿਸੀ ਹੁੰਦੀ ਹੈ, ਉਹ ਕਿੱਦਾਂ ਹੈਂਡਲ ਕਰਦੇ ਹੋ। ਫਿਰ ਤੁਹਾਡੀ ਯੂਨੀਅਨ ਆ ਜਾਂਦੀ ਹੈ, ਆਰਬਿਟ੍ਰੇਸ਼ਨ ਆ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਲੇਬਰ ਰਿਲੇਸ਼ਨ ਕੋਲ ਜਾਂਦੇ ਆ, ਫਿਰ ਕੋਰਟ ਦੇ ਵਿੱਚ ਜਾਂਦੇ ਆ। ਜੀ, ਹੌਲੀ ਹੌਲੀ ਜਾਓ, ਤੁਸੀਂ ਲਾਸਟ ਹੋਣਾ ਚਾਹੀਦਾ ਜਿਹੜਾ ਸਟੈਪ ਆ ਕੋਰਟ ਤੱਕ ਪਹੁੰਚਣ ਦਾ। ਐਗਜ਼ੈਕਟਲੀ। ਤੇ ਇਹ ਡਿਸਕ੍ਰਿਮੀਨੇਸ਼ਨ ਇਸ ਕਰਕੇ ਆਇਆ ਕਿ ਉਹਨੇ ਕਿਹਾ ਕਿ ਮੈਂ ਇੱਕ ਸਕੈਜੂਲਡ ਕਾਸਟ ਦਲਿਤ ਬੰਦਾ ਹਾਂ ਤੇ ਦਲਿਤ ਬੰਦਿਆਂ ਦੇ ਨਾਲ ਇਹ ਵਿਤਕਰਾ ਕਰਦੇ ਆ ਜਿਹੜੇ ਅਪਰ ਕਾਸਟ ਬੰਦੇ। ਹੁਣ ਉਹ ਟ੍ਰਾਇਲ ਸ਼ੁਰੂ ਹੋਣਾ ਹੈ ਕੋਰਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਔਰ ਇੰਟਰਸਟਿੰਗ ਗੱਲ ਇਹ ਆ ਕਿ ਮੇਜਰ ਅਖਬਾਰ ਜਿਹੜੇ ਆ US ਦੇ, ਉਹਨਾਂ ਨੇ ਸਾਰਿਆਂ ਨੇ ਕਵਰੇਜ ਦਿੱਤੀ ਇਹਨੂੰ। ਹਾਂਜੀ, ਵਾਸ਼ਿੰਗਟਨ ਪੋਸਟ ਦੇ ਵਿੱਚ ਆਈ ਆ, ਨਿਊਯਾਰਕ ਟਾਈਮ ਦੇ ਵਿੱਚ ਆਈ ਆ, LA ਟਾਈਮਸ ਦੇ ਵਿੱਚ ਆਈ ਆ, CNN ਤੇ ਵੀ ਸੀ ਡਾਕਟਰ ਸਾਹਿਬ, CNN ਦੇ ਵਿੱਚ ਸੀ। ਇੰਡੀਆ ਦੇ ਵਿੱਚ ਕੁਝ ਅਖਬਾਰਾਂ ਨੇ ਇਹਦੇ ਬਾਰੇ ਲਿਖਿਆ ਹੈ, ਇੰਡੀਅਨ ਐਕਸਪ੍ਰੈਸ ਨੇ ਲਿਖਿਆ, ਵਾਇਰ ਨੇ ਲਿਖਿਆ, ਪਰ ਉੱਥੇ TV ਤੇ ਕੋਈ ਡਿਸਕਸ਼ਨ ਨਹੀਂ ਹੋਈ। ਹਾਂਜੀ, ਤੇ ਇਸ ਕਰਕੇ ਹੁਣ ਦੋ ਪੱਖੋਂ ਆ ਇਹ ਜਿਹੜਾ ਡਿਸਕਸ਼ਨ ਚੱਲਦੀ ਹੈ ਕੈਲੀਫੋਰਨੀਆ। ਜਿਹੜਾ ਕੋਰਟ ਕੇਸ ਚੱਲਣਾ ਉਹਦੇ ਦੋ ਪੱਖ ਆ ਨਾ। ਇੱਕ ਤਾਂ ਹੈਗਾ ਕਿ ਕੀ ਡਿਸਕ੍ਰਿਮੀਨੇਸ਼ਨ, ਜਿੱਦਾਂ ਇੱਥੇ ਅਸੀਂ ਕਹਿੰਦੇ ਹਾਂ ਰੇਸ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ, ਐਥਨੀਸਿਟੀ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ, ਜੈਂਡਰ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ, ਕੀ ਤੁਸੀਂ ਸ਼ਬਦ ਕਾਸਟ ਵੀ ਇਨਕਲੂਡ ਕਰੋਗੇ? ਇੱਕ ਤਾਂ ਇਹ ਇਸ਼ੂ ਆ। ਹਾਂਜੀ, ਕਿਉਂਕਿ ਕੁਝ ਕੰਪਨੀਆਂ ਨੇ ਕੀਤਾ ਹੈ, ਜਿੱਦਾਂ ਐਪਲ ਦੀ ਐਗਜ਼ਾਮਪਲ ਦਿੱਤੀ ਹੈ। ਹਾਂਜੀ, ਐਪਲ ਨੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ, ਕਾਸਟ ਦੇ ਆਧਾਰ ਤੇ ਜਾਂ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਹੋਣ ਦੇ ਖਿਲਾਫ ਆਪਣੇ ਚਾਰਟਰ ਦੇ ਵਿੱਚ ਲਿਖਿਆ ਹੈ। ਹੁਣ ਐਪਲ ਦਾ ਜਿਹੜਾ CEO ਆ ਉਹ ਵੀ ਤਾਂ ਬ੍ਰਾਹਮਣ ਹੈ। ਹਾਂਜੀ, ਉਹਨਾਂ ਨੇ ਆਪਣੇ ਆਪ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਲਿਖਿਆ। ਹਾਂਜੀ, ਤੇ ਉਹ ਹਰ ਇੱਕ ਸਾਲ ਦੇ ਵਿੱਚ ਸਰਵੇ ਵੀ ਕਰਦੇ ਆ ਤੇ ਕਾਸਟ ਦੇ ਨਾਲ ਤੁਹਾਡੇ ਨਾਲ ਵਿਤਕਰਾ ਤਾਂ ਨਹੀਂ ਹੋ ਰਿਹਾ। ਹੁਣ ਦੂਸਰੀ ਇਸ਼ੂ ਹੈਗੀ ਆ ਕਿ ਉਹ ਕਹਿੰਦੇ ਕਿ ਜੇ ਕਾਸਟ ਦੀ ਤੁਸੀਂ ਡਿਸਕਸ਼ਨ ਕਰਨੀ ਹੈ ਤੇ ਉਹਦੇ ਵਿੱਚ
ਇੱਕ ਹਿੰਦੂ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਕਾਸਟ ਜਿਹੜੀ ਹੈ ਉਹ ਰਿਗਵੇਦਾ ਦੇ ਵਿੱਚ ਵੀ ਹੈ ਤੇ ਕਾਸਟ ਮਨੂ ਸਿਮਰਤੀ ਦੇ ਵਿੱਚ ਵੀ ਹੈ ਤੇ ਇਸ ਕਰਕੇ ਸਮਾਜ ਦੇ ਵਿੱਚ ਹੈ ਕਿ ਇਹਨੂੰ ਧਾਰਮਿਕ ਸੈਂਕਸ਼ਨ ਦਿੱਤਾ ਹੈ। ਹੁਣ ਇਹ ਜਿਹੜੇ ਦਲਿਤ ਉੱਥੇ ਐਡਵੋਕੇਟਸ ਆ ਉਹ ਹਿੰਦੂ ਧਰਮ ਨੂੰ ਵੀ ਕੋਰਟ ਦੇ ਕੇਸ ਦੇ ਵਿੱਚ ਲਿਆਉਣਾ ਚਾਹੁੰਦੇ ਤੇ ਹਿੰਦੂ ਸੁਰੱਖਿਆ ਜਿਹੜੀ ਹਿੰਦੂ ਉੱਥੇ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਕੋਰਟ ਦੇ ਕੋਲੋਂ ਇੱਕ ਮੰਗ ਕੀਤੀ ਸੀ ਕਿ ਸਾਨੂੰ ਵੀ ਪਾਰਟੀ ਬਣਾਇਆ ਜਾਵੇ ਕਿਉਂਕਿ ਸਾਡੇ ਤੇ ਹਮਲਾ ਹੋ ਰਿਹਾ ਜੀ, ਅਸੀਂ ਵੀ ਆਪਣਾ ਪੱਖ ਪੇਸ਼ ਕਰਾਂਗੇ ਤੇ ਉਹਨਾਂ ਨੂੰ ਪਾਰਟੀ ਦਾ ਹੀ ਵੈਸੇ ਇਜਾਜ਼ਤ ਦੇ ਦਿੱਤੀ ਕੋਰਟ ਨੇ। ਤੇ ਹੁਣ ਇੱਕ ਉੱਥੇ ਹੋਰ ਵੀ ਗਰੁੱਪ ਹੈ ਜਿਹੜੇ ਇਹ ਕਹਿੰਦੇ ਆ ਕਿ ਪਹਿਲਾਂ ਡਿਸਕ੍ਰਿਮੀਨੇਸ਼ਨ ਦੀ ਤਾਂ ਹੋਣਾ ਜਾਂ ਨਾ ਹੋਣਾ ਉਹ ਤਾਂ ਤੁਸੀਂ ਤਾਂ ਹੀ ਫੈਸਲਾ ਕਰੋਗੇ ਜਿੱਦਾਂ ਸਿਸਕੋ ਨੇ ਆਪਣਾ ਇੰਟਰਨਲ ਇੱਕ ਇਨਵੈਸਟੀਗੇਸ਼ਨ ਕੀਤੀ ਸੀ। ਉਹ ਕਹਿੰਦੇ ਵੀ ਸਾਨੂੰ ਇਹਦੇ ਖਿਲਾਫ ਜਿਹੜਾ ਵਿਤਕਰਾ ਕਹਿੰਦਾ ਕੋਈ ਨਹੀਂ ਕੀਤਾ, ਉੱਥੇ ਉਹਨਾਂ ਦੇ ਕਿਸੇ EMPLOYEE ਨੇ ਇਹਦੇ ਖਿਲਾਫ ਵਿਤਕਰਾ ਨਹੀਂ ਕੀਤਾ, ਸਾਨੂੰ ਨਹੀਂ ਲੱਭਿਆ। ਚਲੋ ਉਹ ਕੋਰਟ ਕੀ ਕਰਦੀ ਹੈ ਕੀ ਨਹੀਂ ਕਰਦੀ ਉਹ ਜੁਦੀ ਗੱਲ ਹੈ। ਹੁਣ ਇਸ਼ੂ ਬਣੀ ਆ ਕਿ ਕੁਝ ਆਲੋਚਕ ਉੱਥੇ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਇਸ਼ੂ ਆ ਕਿ ਇਹ ਬੰਦਾ ਜਿਹੜਾ ਇੰਜੀਨੀਅਰ ਕਿੱਦਾਂ ਬਣਿਆ। ਹਾਂਜੀ, ਕਿਉਂਕਿ ਜੇ ਹੁਣ ਹਿੰਦੂ ਧਰਮ ਦੀ ਗੱਲ ਕਰਨ ਲੱਗੇ ਆ ਵੀ ਤੁਹਾਡੇ ਪਿਛੋਕੜ ਇਹਨਾਂ ਦਾ ਜਿਹੜੇ ਜਸਟੀਫਾਈ ਕਰਦੇ ਆ ਅਸੀਂ ਕਾਸਟ ਸਿਸਟਮ ਨੂੰ ਉਹ ਧਰਮ ਦੇ ਨਾਂ ਤੇ ਕਰਦੇ ਆ। ਜੇ ਉੱਥੇ ਤਾਂ ਹੀ ਜਾਣਾ ਫਿਰ ਅਸੀਂ ਇਸ ਗੱਲ ਤੇ ਵੀ ਜਾਣਾ ਕਿ ਇਹ ਬੰਦਾ ਇੰਜੀਨੀਅਰ ਕਿੱਦਾਂ ਬਣਿਆ ਜੀ, ਕਿਉਂਕਿ ਇਹ ਇੰਜੀਨੀਅਰ ਤਾਂ ਯੋਗਤਾ ਦੇ ਨਾਲ ਬਣਦੇ ਆ। ਹਾਂਜੀ, ਤੇ ਇਹਨੂੰ ਐਡਮਿਸ਼ਨ ਮਿਲਿਆ ਆ ਕਾਸਟ ਦੇ ਆਧਾਰ ਤੇ ਜੀ, ਤੇ ਉਹ ਡਿਸਕਸ਼ਨ ਕੀ ਕੋਰਟ ਅਲਾਉ ਕਰੂਗੀ ਜਾਂ ਨਹੀਂ ਕਰੂਗੀ ਇਹ ਵੀ ਇੱਕ ਸਵਾਲ ਹੈ। ਹਾਂਜੀ, ਕਿਉਂਕਿ ਕਈ ਵਾਰੀ ਕੋਰਟਸ ਜਿਹੜੀਆਂ ਉਹਨਾਂ ਦੇ ਕੋਲ ਅਧਿਕਾਰ ਖੇਤਰ ਬਹੁਤ ਵੱਡਾ ਹੁੰਦਾ। ਜਿੱਦਾਂ ਸਵਿਟਜ਼ਰਲੈਂਡ ਦੇ ਵਿੱਚ ਇੱਕ ਵਾਰੀ ਇੱਕ ਮੋਟਰਸਾਈਕਲ ਚਲਾਉਣ ਵਾਲੇ ਸਿੰਘ ਨੇ ਇਹ ਕਿਹਾ ਕਿ ਮੈਂ ਟੋਪ ਨਹੀਂ ਲੈਣਾ ਤੇ ਮੈਂ ਪੱਗ ਬੰਨ੍ਹ ਕੇ ਚਲਾਉਣਾ। ਉਸ ਜਿਹੜਾ ਜੋ ਜੱਜ ਸੀ ਨਾ ਉਹਨੇ ਇੰਨੇ ਐਕਸਪਰਟ ਦੁਨੀਆ ਭਰ ਤੋਂ ਸੱਦੇ, ਉੱਥੇ ਖਰਚਾ ਤਾਂ ਬਹੁਤ ਹੋਇਆ ਉਹਨਾਂ ਦਾ। ਉਹਨੇ ਇੱਥੋਂ ਤੱਕ ਕਿਹਾ ਜਿਹੜੇ ਪੱਗ ਦੀ ਹਿਸਟਰੀ ਬਾਰੇ ਦੱਸੋ ਮੈਨੂੰ ਵੀ ਹੈ ਕੀ ਚੀਜ਼ ਇਹ, ਕਿਉਂਕਿ ਸਵਿਟਜ਼ਰਲੈਂਡ ਤਾਂ ਆਮ ਦੇਖਣ ਨੂੰ ਮਿਲਦੇ ਨਹੀਂ ਪੱਗਾਂ ਵਾਲੇ। ਹਾਂਜੀ, ਤਾਂ ਉਹਨੇ ਪੱਗ ਦੀ ਹਿਸਟਰੀ ਦੱਸਣ ਲਈ ਬੰਦੇ ਐਕਸਪਰਟ ਸੱਦੇ ਤਾਂ ਫਿਰ ਅੰਤ ਨੂੰ ਫੈਸਲਾ ਕੀਤਾ ਉਹਨੇ। ਤਾਂ ਇਸ ਕਰਕੇ ਕੈਲੀਫੋਰਨੀਆ ਦੇ ਵੀ ਜਿਹੜਾ ਜੱਜ ਨੇ ਫੈਸਲਾ ਕਰਨਾ ਹੈ ਕਿ ਉਹ ਐਕਸਪੈਂਡ ਕਰਦਾ ਆ ਜੇ ਧਰਮ ਨੂੰ ਤੁਸੀਂ ਕਸਵੱਟੀ ਤੇ ਲਿਆਉਣਾ ਆ ਤੇ ਫਿਰ ਇਹਦੇ ਨਾਲ ਪੰਡੋਰਾਜ਼ ਬਾਕਸ ਖੁੱਲਣਾ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਜਿਹੜੀ ਤੁਸੀਂ ਜੇ ਬਾਈਬਲ ਪੜ੍ਹਦੇ ਆ ਉਹਦਾ ਚਾਹੇ ਓਲਡ ਟੈਸਟਾਮੈਂਟ ਪੜ੍ਹ ਲਓ ਤੇ ਚਾਹੇ ਨਿਊ ਟੈਸਟਾਮੈਂਟ ਪੜ੍ਹ ਲਓ, ਉਹਦੇ ਵਿੱਚ ਔਰਤਾਂ ਦੇ ਖਿਲਾਫ ਬਹੁਤ ਕੁਝ ਲਿਖਿਆ ਹੈ, ਬਹੁਤ ਵਿਤਕਰੇ ਵਾਲੀਆਂ ਗੱਲਾਂ ਲਿਖੀਆਂ ਹੈ। ਤੇ ਕੀ ਹੁਣ ਕ੍ਰਿਸਚੀਅਨਿਟੀ ਨੂੰ ਬੈਨ ਕਰ ਦੇਣਾ ਚਾਹੀਦਾ? ਇਹ ਇੱਕ ਸਵਾਲ ਹੈ। ਹਾਂਜੀ, ਜੇ ਤੁਸੀਂ ਹਿੰਦੂ ਧਰਮ ਨੂੰ ਕੋਰਟ ਦੇ ਵਿੱਚ ਲੈ ਕੇ ਆਉਣਾ, ਉਹਨਾਂ ਦੇ ਫਲਸਫੇ ਨੂੰ ਕੋਰਟ ਦੇ ਵਿੱਚ ਲੈ ਕੇ ਆਉਣਾ, ਕਿਉਂਕਿ ਹਿੰਦੂ ਧਰਮ ਦੇ ਵਿੱਚ ਤਾਂ ਬਹੁਤ ਜਿਹੜੇ ਵੇਦ ਲਿਖੇ ਆ, ਪ੍ਰਾਣ ਲਿਖੇ ਆ, 4 ਤਾਂ ਵੇਦ ਹੀ ਆ। ਹਾਂਜੀ, ਫਿਰ ਬ੍ਰਾਹਮਣਾਸ ਆ, ਪੁਰਾਣਾਸ ਆ, ਫਿਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮਨੂ ਸਿਮਰਤੀ ਆ, ਗੀਤਾ ਆ, ਰਮਾਇਣ ਆ, ਮਤਲਬ ਇੱਕ ਨਹੀਂ ਕਈ ਗ੍ਰੰਥ ਹੈ। ਕਿਹੜੇ ਗ੍ਰੰਥ ਨੂੰ ਤੁਸੀਂ ਆਧਾਰ ਬਣ ਕੇ ਉਹਨਾਂ ਦੇ ਫਿਲਾਸਫੇ ਤੇ ਅਟੈਕ ਕਰੋਗੇ? ਤੇ ਜੇ ਹਿੰਦੂ ਧਰਮ ਤੇ ਅਟੈਕ ਕਰਨਾ ਹੈ ਫਿਰ ਬਾਕੀ ਧਰਮਾਂ ਦੀਆਂ ਕਿਤਾਬਾਂ ਵੀ ਲੈ ਆਓ ਜਿਹਦੇ ਵਿੱਚ ਬਾਈਬਲ ਵੀ ਆਉਂਦੀ ਹੈ ਜੀ। ਕੀ ਉਹ ਡਿਸਕਸ਼ਨ ਕਰਨਗੇ ਉੱਤੇ? ਇਹ ਵੀ ਇੱਕ ਸਵਾਲ ਆ। ਕੀ ਉਹ ਤੇ ਇੱਕ ਸਵਾਲ ਮਤਲਬ ਉਹ ਤੇ ਹਮਲਾ ਕਰਨਗੇ? ਕੀ ਉਹ ਕਹਿਣਗੇ ਵੀ ਇਹ ਔਰਤਾਂ ਦੇ ਖਿਲਾਫ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹ US ਦੇ ਕਨਸਟੀਟਿਊਸ਼ਨ 'ਚ ਬੈਨ ਕੀਤਾ ਹੈ। ਕਾਸਟ ਤਾਂ ਇਹ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਨਾ ਇੱਕ EMPLOYEE ਨੇ, ਪਰ ਔਰਤਾਂ ਦੇ ਖਿਲਾਫ ਤਾਂ ਲਿਖਿਆ ਹੈ ਸੰਵਿਧਾਨ ਦੇ ਵਿੱਚ ਕਿ ਡਿਸਕ੍ਰਿਮੀਨੇਸ਼ਨ ਵਿਤਕਰਾ ਨਹੀਂ ਹੋਣਾ ਚਾਹੀਦਾ। ਹਾਂਜੀ, ਜੈਂਡਰ ਦੇ ਬੇਸ ਤੇ ਵਿਤਕਰਾ ਨਹੀਂ ਹੋ ਸਕਦਾ। ਤੇ ਬਾਈਬਲ ਦੇ ਵਿੱਚ ਕਈ ਤੁਸੀਂ ਕੋਟਸ ਕਹਿੰਦੇ ਹੁੰਦੇ ਜਿਹਨਾਂ ਨੂੰ ਅਸੀਂ ਲੈ ਸਕਦੇ ਹਾਂ ਜਿਹਦੇ ਵਿੱਚ ਔਰਤਾਂ ਦੇ ਖਿਲਾਫ ਵਿਤਕਰਾ ਆ। ਤੇ ਕੀ ਹੁਣ ਉਸ ਆਧਾਰ ਤੇ ਤੁਸੀਂ ਬਾਈਬਲ ਬੰਦ ਕਰ ਦਿਓ?
ਹੁਣ ਜੇ ਦੂਸਰੇ ਆਲੋਚਕਾਂ ਨੂੰ ਲੈ ਕੇ ਆਉਣੇ ਜਿਹੜੇ ਇਹ ਡਿਸਕਸ਼ਨ ਕਰਨੀ ਚਾਹੁੰਦੇ ਆ ਕਿ ਬੰਦਾ ਪਹਿਲਾਂ ਇਸ਼ੂ ਤਾਂ ਇਹ ਆ ਵੀ ਬੰਦਾ ਇੰਜੀਨੀਅਰ ਬਣਿਆ ਕਿੱਦਾਂ, ਜੇ ਜਦੋਂ ਬਣ ਲੱਗਾ ਸੀ ਉਸ ਵੇਲੇ ਤਾਂ ਇਹ ਕਾਸਟ ਸਰਟੀਫਿਕੇਟ ਲੈ ਕੇ ਗਿਆ ਹੋਣਾ, ਹਾਂਜੀ, ਐਡਮਿਸ਼ਨ ਲੈਣ ਲਈ ਤੇ ਅੱਜ ਕੱਲ ਕਹਿੰਦਾ ਕਾਸਟ ਡਿਸਕ੍ਰਿਮੀਨੇਸ਼ਨ ਇਹਦੇ ਖਿਲਾਫ ਆ। ਪਹਿਲਾਂ ਤਾਂ ਇਹਨੂੰ ਫਾਇਦਾ ਹੋਇਆ ਕਾਸਟ ਦਾ, ਹਾਂਜੀ, ਕਿਉਂਕਿ ਜੇ ਕਾਸਟ ਸਰਟੀਫਿਕੇਟ ਨਾਲ ਲੈ ਕੇ ਜਾਣ ਤਾਂ ਇਹਨਾਂ ਨੂੰ 20% ਨਾਲ ਕਿਹੜਾ ਉੱਥੇ ਐਡਮਿਸ਼ਨ ਦੇ ਦੇਵੇ। ਜੀ ਬਿਲਕੁਲ। ਪਰ ਉਹਨੂੰ ਐਡਮਿਸ਼ਨ ਮਿਲਿਆ, ਉਹਨੇ ਗ੍ਰੈਜੂਏਸ਼ਨ ਕੀਤੀ, ਉਦੋਂ ਬਾਅਦ ਪਰ ਸ਼ੁਰੂਆਤ ਦੇ ਵਿੱਚ ਉਹਨਾਂ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਜਿਨ੍ਹਾਂ ਦੇ ਖਿਲਾਫ ਉਹ ਕੇਸ ਲੜ ਰਿਹਾ। ਹੁਣ ਉਹ ਕਹਿ ਰਿਹਾ ਵੀ ਜਿਹੜੇ ਬ੍ਰਾਹਮਣ ਆ, ਮੇਰੇ ਬੌਸਸ ਦੋ ਦਾ ਨਾਂ ਲਿਖਿਆ ਉਹਨਾਂ ਨੇ, ਉਹ ਸਾਊਥ ਇੰਡੀਅਨ ਨਾਂ ਲੱਗਦੇ ਮੈਨੂੰ, ਤੇ ਉਹਨਾਂ ਨੇ ਮੇਰੇ ਨਾਲ ਵਿਤਕਰਾ ਕੀਤਾ। ਦੇਖੋ ਡਾਕਟਰ ਸਾਹਿਬ, ਜਿਵੇਂ ਹੁਣ ਆਪਾਂ ਸਾਰੇ ਇਹ ਦੇਖਦੇ ਆ, ਨਿਊਜ਼ ਨੂੰ ਦੇਖਦੇ ਆ, ਉਹਦੇ ਵਿੱਚ ਦੇਖੋ ਜਦੋਂ ਮਰਜ਼ੀ ਦਿਲ ਕਰਦਾ ਕਾਸਟ ਨੂੰ ਆਧਾਰ ਬਣਾਓ, ਜਦੋਂ ਤੁਹਾਨੂੰ ਫਾਇਦਾ ਹੋ ਰਿਹਾ ਤਾਂ ਉਦੋਂ ਤੁਹਾਨੂੰ ਆਬਜੈਕਸ਼ਨ ਕੋਈ ਹੈ ਨਹੀਂ। ਇਹਦਾ ਮਤਲਬ ਤਾਂ ਇੱਕ ਤਰ੍ਹਾਂ ਦਾ ਸਵਾਲ ਇਹ ਵੀ ਉੱਠ ਰਿਹਾ ਨਾ ਕਿ ਕੀ ਜਿੱਦਾਂ ਵਿਕਟਮ ਕਾਰਡ ਪਲੇ ਕੀਤਾ ਜਾਂਦਾ, ਹੁਣ ਇਹਦੇ ਤੇ ਵੀ ਕਿਤੇ ਉਹੀ ਤਾਂ ਨਹੀਂ ਹੋ ਰਿਹਾ ਹੈ ਕਿ ਕਾਸਟ ਵਾਲਾ ਸਿਰਫ ਕਾਰਡ ਪਲੇ ਕੀਤਾ ਜਾ ਰਿਹਾ, ਕਿਉਂਕਿ ਜਦੋਂ ਫਾਇਦਾ ਹੋ ਰਿਹਾ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਕਿਹਾ ਜਾ ਰਿਹਾ ਕਿ ਮੈਨੂੰ ਜਾਤ ਦੇ ਆਧਾਰ ਤੇ ਮੇਰੇ ਨਾਲ ਵਿਤਕਰਾ ਹੋ ਰਿਹਾ। ਹੁਣ ਤਾਂ ਕਹਿ ਰਿਹਾ ਉਹ, ਇਸੇ ਸਵਾਲ ਤੇ ਤਾਂ ਦੂਸਰੇ ਆਲੋਚਕ ਗੱਲ ਕਰਦੇ ਆ ਕਿ ਇਹਨੂੰ ਸ਼ੁਰੂਆਤ ਤੋਂ ਫਿਰ ਜਿਹੜੀ ਰਿਜ਼ਰਵੇਸ਼ਨ ਇੰਡੀਆ ਦੇ ਵਿੱਚ ਕਨਸਟੀਟਿਊਸ਼ਨ 'ਚ ਬਣਾਈ ਗਈ ਹੈ 1951 ਦੇ ਵਿੱਚ, ਹਰ 10 ਸਾਲਾਂ ਦੇ ਵਿੱਚ ਉਹਨੂੰ ਅਮੈਂਡਮੈਂਟ ਕਰਦੇ ਆ ਤੇ ਹਰ 10 ਸਾਲਾਂ ਬਾਅਦ ਦੇ ਵਿੱਚ ਅਗਲੇ 10 ਸਾਲ ਲਈ ਉਹਨੂੰ ਵੈਲਿਡ ਕਰ ਦਿੰਦੇ ਆ। ਦੇਖੋ ਡਾਕਟਰ ਸਾਹਿਬ, ਡਿਸਕਸ਼ਨਸ ਤਾਂ ਹੁੰਦੀਆਂ ਨੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਅਮੈਂਡਮੈਂਟਸ, ਹੁਣ ਦੇਖੋ ਕਿੰਨਾ ਜ਼ਿਆਦਾ ਸੁਧਾਰ ਹੋ ਚੁੱਕਿਆ, ਜਿੱਦਾਂ ਆਪਾਂ ਡਿਟੇਲ ਦੇ ਵਿੱਚ ਡਿਸਕਸ ਤੁਸੀਂ ਕੀਤਾ ਸੀ ਹਨਾ 2-3 ਦਿਨ ਪਹਿਲਾਂ ਵੀ। ਪਰ ਜੇ ਦੇਖਿਆ ਜਾਵੇ ਹਾਲਾਤ ਸੁਧਰਨ ਦੇ ਨਾਲ ਵੀ ਉਹ ਜਿਹੜੀ ਅਮੈਂਡਮੈਂਟ ਕਰਨੀ ਚਾਹੀਦੀ ਆ ਉਹ ਕਰਦੇ ਤਾਂ ਹੈ ਨਹੀਂ, ਸਿਰਫ ਉਹਨੂੰ ਅੱਗੇ ਵਧਾ ਦਿੰਦੇ ਉਹਦੀ ਵੈਲਿਡਿਟੀ। ਉਹ ਤਾਂ ਹੈਗੀ ਵੋਟ ਪੋਲਿਟਿਕਸ ਜੀ। ਸਾਰਾ ਕੁਝ ਜਿਹੜਾ ਹੈਗਾ ਡਾਕਟਰ ਸਾਹਿਬ, ਇਹ ਕਹਿ ਲਓ ਕਿ ਤੁਸੀਂ ਕੁਰਸੀ ਦੇ ਆਲੇ ਦੁਆਲੇ ਘੁੰਮਦਾ ਵੋਟ ਬੈਂਕ ਚਾਹੀਦਾ ਇਹਨਾਂ ਨੂੰ। ਹੁਣ ਇਹਨਾਂ ਦੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਆ ਕਿ ਕਾਲਿਆਂ ਨੂੰ ਜਿਹੜਾ ਦਿੱਤਾ ਹੈ ਤੁਸੀਂ ਕੋਟਾ ਸਿਸਟਮ, ਇਹਨਾਂ ਨੇ ਤਾਂ ਸੰਵਿਧਾਨ ਦੇ ਵਿੱਚ ਨਹੀਂ ਦਿੱਤਾ, ਇਹਨਾਂ ਨੇ ਤਾਂ ਕਾਨੂੰਨ ਪਾਸ ਕੀਤਾ ਹੈ ਨਾ। ਹਾਂਜੀ, ਉਹਨੂੰ ਚੈਲੰਜ ਤੁਸੀਂ ਕਰ ਸਕਦੇ ਆ ਕੋਰਟ ਦੇ ਵਿੱਚ ਵੀ। ਕੋਰਟ ਸੰਵਿਧਾਨ ਨੂੰ ਤਾਂ ਕੁਝ ਨਹੀਂ ਕਰ ਸਕਦੀ, ਪਰ ਕਾਨੂੰਨ ਨੂੰ ਤਾਂ ਕਰ ਸਕਦੀ ਹੈ, ਸੰਵਿਧਾਨ ਦੇ ਮੁਤਾਬਕ ਹੈ ਜਾਂ ਨਹੀਂ। ਇੱਕ ਉੱਥੇ ਕਾਨੂੰਨ ਹੈਗੀ ਆ 14th ਅਮੈਂਡਮੈਂਟ ਹੁੰਦੀ ਸੀ ਇਹਨਾਂ ਦੀ ਕਿ ਲਾਅ ਅਪਲਾਈਜ਼ ਇਕੁਅਲੀ ਟੂ ਆਲ ਅਮਰੀਕਨਸ, ਸਾਰੇ ਅਮਰੀਕਨਸ ਦੇ ਇੱਕੋ ਹੀ ਕਾਨੂੰਨ ਇੱਕੋ ਹੀ ਤਰ੍ਹਾਂ ਲਾਗੂ ਹੋਊਗਾ। ਕਿ ਜਦੋਂ ਕਾਲਿਆਂ ਨੂੰ ਤੁਸੀਂ ਕੋਟਾ ਸਿਸਟਮ ਦੇ ਨਾਲ ਐਜੂਕੇਸ਼ਨ ਦੇ ਵਿੱਚ ਪ੍ਰਾਇਓਰਟੀ ਦਿੰਦੇ ਆ, ਕਮਲਾ ਹੈਰਿਸ ਵੀ ਉਹਦਾ ਫਾਇਦਾ ਉਠਾ ਕੇ ਲਾਇਰ ਬਣੀ ਹੈ ਜੀ। ਜੇ ਉਹ ਇੰਜੀਨੀਅਰ ਬਣਿਆ ਹੈ ਨਾ ਫਾਇਦਾ ਉਠਾ ਕੇ ਜਾਤ ਪਾਤ ਦਾ, ਤਾਂ ਕਮਲਾ ਹੈਰਿਸ ਇੱਥੇ ਦੀ ਵਾਈਸ ਪ੍ਰੈਜ਼ੀਡੈਂਟ ਵੀ ਉਸ ਕੋਟਾ ਸਿਸਟਮ ਦਾ ਫਾਇਦਾ ਉਠਾ ਕੇ ਇੱਕ ਲਾਇਰ ਬਣੀ ਹੈ। ਵੈਸੇ ਤਾਂ ਉਹ ਸੈਂਟੈਂਸ ਨਹੀਂ ਪੂਰਾ ਕਰ ਸਕਦੀ, ਜੇ ਉਹਦੀ ਯੋਗਤਾ ਦੇਖਣੀ ਜਾਵੇ ਹਾਂਜੀ ਤਾਂ ਉਹਦੀ ਯੋਗਤਾ ਬਿਲਕੁਲ ਨਹੀਂ ਹੈ ਵੀ ਵਕੀਲ ਬਣ ਜਾਵੇ ਜੀ, ਪਰ ਉਹ ਬਣ ਗਈ। ਹਾਂਜੀ, ਯੋਗਤਾ ਇਹਦੀ ਬਰਾਕ ਓਬਾਮਾ ਦੀ ਵੀ ਹੈ ਨਹੀਂ ਸੀ ਕਿ ਕੋਲੰਬੀਆ 'ਚ ਪੜ੍ਹ ਸਕੇ, ਹਾਰਵਰਡ 'ਚ ਪੜ੍ਹ ਸਕੇ, ਪਰ ਪੜ੍ਹ ਗਏ। ਦਿਖਾਲਣ ਨੂੰ ਤਾਂ ਹੈ ਨਾ ਵੀ ਅਸੀਂ ਦੁਨੀਆ ਦੀ ਟੌਪ ਦੀ ਯੂਨੀਵਰਸਿਟੀ 'ਚੋਂ ਪੜ੍ਹੇ ਜੀ। ਪੜ੍ਹੇ ਕਿੱਦਾਂ ਆ? ਉਹ ਕੋਟੇ ਸਿਸਟਮ ਦੇ ਨਾਲ। ਤੇ ਇਹ ਵੱਡੀ ਹੁਣ ਕੀ ਜਿਹੜਾ ਜੱਜਸ ਦੇ ਮੂਹਰੇ ਉਹ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਜਾਂ ਨਹੀਂ ਆਉਣਗੀਆਂ, ਇਹ ਅਜੇ ਦੇਖਿਆ ਜਾਣਾ, ਕਿ ਟਰਾਇਲ ਸ਼ੁਰੂ ਨਹੀਂ ਹੋਇਆ, ਨਾ ਅਜੇ ਡੇਟ ਆਈ ਹੈ। ਇਹ ਗੱਲ ਅਜੇ ਡਿਸਕਸ਼ਨ ਜਿਹੜੀ ਆ ਉਹ ਪੇਪਰਾਂ ਤਾਂ ਹੀ ਸੀਮਤ ਹੈ। ਹਾਂਜੀ, ਪਰ ਉਹਨਾਂ ਨੇ ਆਰਬਿਟ੍ਰੇਸ਼ਨ ਜਿਹੜੀ ਕਹਿੰਦੇ ਸੀ ਸਿਸਕੋ ਵਾਲੇ, ਉਹਦੇ ਖਿਲਾਫ ਫੈਡਰਲ ਕੋਰਟ ਨੇ ਕਹਿਤਾ ਕਿ ਨਹੀਂ, ਨਾਰਮਲ ਜਿਹੜੀ ਸਟੇਟ ਕੋਰਟ ਆ ਉਹਦੇ ਵਿੱਚ ਇਹ ਟਰਾਇਲ ਹੋਊਗਾ। ਤੇ ਉਹਦੇ ਵਿੱਚ ਹਿੰਦੂ ਸੁਸਾਇਟੀਜ਼ ਨੇ ਆਪਣੀ ਪਾਰਟੀ ਦੇ ਤੌਰ ਤੇ ਉਹਨਾਂ ਨੂੰ ਮਿਲ ਗਈ ਸਟੈਂਡਿੰਗ, ਤੇ ਜਿਹਨੂੰ ਸਟੈਂਡਿੰਗ ਜੇ ਮਿਲੀ ਆ, ਕੀ ਆਲੋਚਕਾਂ ਨੂੰ ਜਿਹੜੇ ਹੁਣ ਇਹ ਕਹਿੰਦੇ ਆ ਕਿ ਸਾਰਾ ਕਾਸਟ ਸਿਸਟਮ ਜਿਹੜਾ ਰਿਜ਼ਰਵੇਸ਼ਨ ਸਿਸਟਮ ਉਹ ਵੀ ਡਿਸਕਸ਼ਨ ਕਰਨੀ ਚਾਹੀਦੀ ਹੈ। ਹਾਂਜੀ, ਕੀ ਉਹਨਾਂ ਨੂੰ ਸਟੈਂਡਿੰਗ ਮਿਲੂਗੀ ਜਾਂ ਨਹੀਂ ਮਿਲੂਗੀ, ਇਹ ਤਾਂ ਜੱਜ ਤੇ ਨਿਰਭਰ ਕਰਦਾ ਜੀ। ਤੇ ਜੱਜ ਨੇ ਪਹਿਲੀ ਗੱਲ ਇਸ਼ੂ ਇਹ ਆਉਣੀ ਹੈ ਕਿ ਤੁਸੀਂ ਅਮਰੀਕਾ ਦੇ ਵਿੱਚ ਵੀ ਤਾਂ ਵਿਤਕਰਾ ਕਰਦੇ ਆ ਨਾ ਜੀ। ਜਿਹੜਾ ਵਿਤਕਰਾ ਤੁਸੀਂ ਕਹਿੰਦੇ ਇਹਨਾਂ ਦੇ ਖਿਲਾਫ ਨਹੀਂ ਹੋਣਾ ਚਾਹੀਦਾ, ਕਾਸਟ ਦੇ ਦਾ
ਆਪਣੇ ਰੇਸ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ, ਜੈਂਡਰ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ, ਰੰਗ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ। ਤੁਸੀਂ ਖੁਦ ਕਰਦੇ ਆ। ਹਾਂਜੀ, ਇਹ ਦੇਖਦੇ ਆ ਕਿ ਕੇਸ ਕੀ ਕੁਝ ਕਵਰ ਕਰਦਾ। ਹਾਂਜੀ, ਕਾਫੀ ਜ਼ਿਆਦਾ ਇਹਦੇ ਤੇ ਜਿਹੜੇ ਹੈਗੇ ਆ ਮੁੱਦੇ ਇਨਵੋਲਵ ਹੈਗੇ ਆ। ਇੰਨਾ ਸਿੰਪਲ ਕੇਸ ਨਹੀਂ ਹੈਗਾ ਡਾਕਟਰ ਸਾਹਿਬ, ਕਾਫੀ ਜ਼ਿਆਦਾ ਕੁਝ ਇਨਵੋਲਵ ਹੈਗਾ। ਚਲੋ ਪਤਾ ਲੱਗ ਜੂਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਜਿਵੇਂ ਇਸ ਕੇਸ ਦੇ ਵਿੱਚ ਕੋਈ ਅਪਡੇਟ ਹੋਊਗੀ ਆਪਾਂ ਆਪਣੇ ਲਿਸਨਰ ਦੇ ਨਾਲ ਉਹ ਜ਼ਰੂਰ ਸ਼ੇਅਰ ਕਰਦੇ ਰਵਾਂਗੇ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਟੋਰਾਂਟੋ ਦੀ। ਓਨਟਾਰੀਓ ਸਰਕਾਰ ਵੱਲੋਂ ਟੋਰਾਂਟੋ ਤੇ ਆਟਵਾ ਦੇ ਮੇਅਰਜ਼ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਆ। ਜਿਹੜੇ ਇਹ ਵਿਸ਼ੇਸ਼ ਅਧਿਕਾਰ ਹੋਣਗੇ ਇਹਨਾਂ ਵਿੱਚ ਵੀਟੋ ਦਾ ਅਧਿਕਾਰ ਵੀ ਸ਼ਾਮਿਲ ਹੋਣਾ ਤੇ ਓਨਟਾਰੀਓ ਸੂਬਾ ਸਰਕਾਰ ਵੱਲੋਂ ਟੋਰਾਂਟੋ ਤੇ ਆਟਵਾ ਦੇ ਮੇਅਰਜ਼ ਨੂੰ ਜਿਹੜੇ ਵਿਸ਼ੇਸ਼ ਅਧਿਕਾਰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਅਧੀਨ ਮੇਅਰਜ਼ ਨੂੰ ਸਿਟੀ ਕਾਉਂਸਲ ਦੇ ਮਤਿਆਂ ਤੇ ਵੀਟੋ ਕਰਨ ਦਾ ਅਧਿਕਾਰ ਤਾਂ ਹੋਣਾ ਹੀ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ, ਇਹਦੇ ਬਾਰੇ ਵਿਸਥਾਰ ਨਾਲ ਦੱਸੋ। ਦੇਖੋ, ਜਿਹੜੇ ਪਿੱਛੇ ਜਾਏ ਓਨਟਾਰੀਓ ਦੇ ਵਿੱਚ ਵੀ ਸਾਡੇ ਵੀ ਇੱਥੇ ਗੱਲ ਹੋਈ ਸੀ ਕਿ ਬਹੁਤ ਸਾਰੇ ਮੇਅਰਜ਼ ਨੂੰ ਜਦੋਂ ਪੁੱਛਦੇ ਆ ਨਾ ਪ੍ਰੋਵਿੰਸ਼ੀਅਲ ਸਰਕਾਰਾਂ ਕਿ ਘਰਾਂ ਦੀਆਂ ਕੀਮਤਾਂ ਵਧੀ ਜਾਂਦੀਆਂ ਆ, ਤੁਸੀਂ ਪਰਮਿਟ ਕਿਉਂ ਨਹੀਂ ਇਸ਼ੂ ਕਰਦੇ? ਘਰਾਂ ਨੂੰ ਹੋਰ ਰੀਜ਼ੋਨਿੰਗ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਸਪਲਾਈ ਵਧੇ ਸਾਡੇ ਤੇ ਕੀਮਤਾਂ ਘੱਟ ਹੋਣ। ਹੁਣ ਬਹੁਤੇ ਸਾਰੇ ਮੇਅਰਜ਼ ਨੇ ਇਹ ਕਹਿੰਦੇ ਅਸੀਂ ਤਾਂ ਇੱਕ ਬੰਦੇ ਆ। ਸਾਡੇ ਕੌਂਸਲ ਦੇ ਵਿੱਚ ਜੇ ਸਾਡੇ ਸਰੀ ਦੇ ਵਿੱਚ ਹੀ ਦੇਖਿਆ ਜਾਵੇ 9 ਮੈਂਬਰ ਆ, 9 ਦੇ ਵਿੱਚੋਂ ਇੱਕ ਮੇਅਰ ਹੈ ਜੀ। ਜੇ ਤੁਸੀਂ ਰੈਜ਼ੋਲੂਸ਼ਨ ਪਾਸ ਕਰਨਾ ਹੋਵੇ ਤੇ 5 ਬੰਦੇ ਚਾਹੀਦੇ ਇੱਕ ਪਾਸੇ। ਹਾਂਜੀ, ਉਹ ਕਹਿੰਦੇ ਕਈ ਮੇਅਰ ਕਹਿੰਦੇ ਵੀ ਸਾਡੇ ਤੋਂ 5 ਜਿਹੜੀ ਮੈਜੋਰਟੀ ਹੈ ਨਹੀਂ ਹੈ ਕਈਆਂ, ਸੋ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ। ਇੱਕ ਸਾਡੀ ਤਾਂ ਇੱਕ ਵੋਟ ਆ ਉੱਥੇ ਕੌਂਸਲ ਦੇ ਵਿੱਚ। ਹਾਂਜੀ, ਸੋ ਜੇ ਕੌਂਸਲਰ ਦੀ ਵੋਟ ਆ, ਉਹਦਾ ਫਰਕ ਸਿਰਫ ਇੰਨਾ ਹੀ ਹੁੰਦਾ ਕਿ ਮੇਅਰ ਐਗਜ਼ੈਕਟਿਵ ਹੈਡ ਆ। ਮੇਅਰ ਦੇ ਥੱਲੇ ਸਾਰੀ ਸਿਵਲ ਸਰਵਿਸ ਆਉਂਦੀ ਹੈ, ਜਿੰਨੇ ਬੰਦੇ ਕੰਮ ਕਰਦੇ ਆ ਸਰੀ ਦੇ ਵਿੱਚ, ਮਤਲਬ ਸਿਟੀ ਦੇ ਵਿੱਚ। ਫਿਰ ਉਹ ਪੁਲਿਸ ਦੇ ਚੀਫ ਹੁੰਦੇ ਆ। ਪਰ ਜਿਹੜੀ ਐਕਚੁਅਲ ਵੋਟਿੰਗ ਹੁੰਦੀ ਆ, ਜਿੱਦਾਂ ਪ੍ਰਾਈਮ ਮਿਨਿਸਟਰ ਦੀ ਵੀ ਤਾਂ ਇੱਕ ਹੀ ਵੋਟ ਆ ਨਾ ਜੀ, ਪ੍ਰੀਮੀਅਰ ਵੀ ਤਾਂ ਇੱਕ ਹੀ ਵੋਟ ਆ। ਹਾਂਜੀ, ਸਾਰੇ ਐਮਐਲਏ ਦੇ ਬਰਾਬਰ ਹੈ, ਉਹ ਬੈਠਦਾ ਵਾ। ਹਾਂ, ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹ ਐਗਜ਼ੈਕਟਿਵ ਹੈਡ ਹੈ, ਜੁਦੀ ਗੱਲ ਹੈ। ਪਰ ਹਾਊਸ ਆਫ ਕਾਮਨਸ ਚ ਪਾਰਲੀਮੈਂਟ 'ਚ ਤਾਂ ਇੱਕ ਹੀ ਵੋਟ ਹੈ ਨਾ। ਹਾਂਜੀ, ਤਾਂ ਬਾਕੀ ਦੇ ਆਪੋਜੀਸ਼ਨ ਮੈਂਬਰਸ ਹੋਣ ਚਾਹੇ ਬੈਕ ਬੈਂਚਰਸ ਹੋਣ, ਉਹਨਾਂ ਦੀ ਵੀ ਇੱਕ ਹੀ ਵੋਟ ਹੈ। ਤੇ ਇਸੇ ਤਰ੍ਹਾਂ ਕੌਂਸਲ ਦੇ ਵਿੱਚ ਮੇਅਰ ਦੀ ਇੱਕ ਵੋਟ ਹੈ। ਹੁਣ ਉਹਨਾਂ ਨੇ ਇੱਕ ਐਕਸਪੈਰੀਮੈਂਟ ਕਰ ਰਹੇ ਆ। ਵੈਸੇ ਇਹ ਕਹਿੰਦੇ ਕਿ ਅਸੀਂ ਤਜਰਬਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਬਹਾਨਾ ਬਣਾਉਂਦੇ ਆ ਵੀ ਮੇਅਰ ਅਸੀਂ ਤਾਂ ਨਹੀਂ, ਸਾਡੇ ਘਰਾਂ ਦੀ ਸਪਲਾਈ ਹੋਈ, ਸਾਡੀ ਕੌਂਸਲ ਵਾਲੀ ਅਪਰੂਵ ਹੀ ਨਹੀਂ ਕਰਦੀ, ਰੀਜ਼ੋਨਿੰਗ ਨਹੀਂ ਕਰਦੀ। ਉਹ ਕਹਿੰਦੇ ਜੇ ਰੀਜ਼ੋਨਿੰਗ ਨਹੀਂ ਕਰਦੀ ਇਹ, ਤੁਹਾਡੇ ਤੋਂ ਵੀਟੋ ਦੇਣੇ ਤੁਹਾਨੂੰ, ਤੁਸੀਂ ਇਹਨਾਂ ਦੀ ਰੀਜ਼ੋਨਿੰਗ ਬੰਦ ਕਰਕੇ ਨਵੀਂ ਰੀਜ਼ੋਨਿੰਗ ਨੂੰ ਅਪਰੂਵਲ ਦੇ ਸਕਦੇ ਹੋ ਤਾਂ ਕਿ ਘਰਾਂ ਦੀ ਸਪਲਾਈ ਜ਼ਿਆਦਾ ਕੀਤੀ ਜਾਵੇ। ਹੁਣ ਇਸ ਵੇਲੇ ਟੋਰਾਂਟੋ ਤੇ ਆਟਵਾ 2 ਵੱਡੇ ਸ਼ਹਿਰ ਆ ਓਨਟਾਰੀਓ ਦੇ, ਜਿਨ੍ਹਾਂ ਦੇ ਮੇਅਰਜ਼ ਨੂੰ ਇਹ ਅਧਿਕਾਰ ਦਿੱਤੇ ਗਏ। ਪਰ ਜੇ ਇਹ ਤਜਰਬਾ ਉਹਨਾਂ ਦਾ ਸਕਸੈਸਫੁਲ ਹੁੰਦਾ ਹੈ, ਕਾਮਯਾਬ ਹੁੰਦਾ ਹੈ, ਫਿਰ ਉਹ ਕਹਿੰਦੇ ਕਿ ਅਸੀਂ ਬਾਕੀ ਦੇ ਮੇਅਰਜ਼ ਨੂੰ ਵੀ ਦੇਵਾਂਗੇ। ਹੁਣ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਵੀ ਗੱਲ ਹੈ ਨਾ ਕਿ ਜੇ ਕੌਂਸਲ ਸਾਰੀ ਇਹ ਚਾਹੁੰਦੀ ਹੈ ਇੱਕ ਪਾਸੇ ਹੋਈ ਹੈ ਤੇ ਮੇਅਰ ਇਕੱਲਾ ਸਭ ਕੁਝ ਕਰੀ ਜਾਂਦਾ ਹੈ, ਉਹਦਾ ਵੀ ਡੇਂਜਰ ਹੈ ਨਾ, ਮੇਅਰ ਕੰਟਰੋਲ ਕਰੂਗਾ। ਜੀ ਬਿਲਕੁਲ। ਉਹਨਾਂ ਨੇ ਇੱਕ ਗੱਲ ਲਿਆਂਦੀ ਕਿ ਜਿੱਦਾਂ US ਦੇ ਕਨਸਟੀਟਿਊਸ਼ਨ 'ਚ ਸਾਡੇ ਵੀ ਹੈਗਾ ਹੈ ਕਿ ਜੇ ਤੁਸੀਂ 2/3 ਮੈਜੋਰਟੀ ਦੇ ਨਾਲ ਮਤਾ ਪਾਸ ਕਰਦੇ ਆ ਫਿਰ ਮੇਅਰ ਕੁਝ ਨਹੀਂ ਕਰ ਸਕਦਾ। 2/3 ਮੈਂਬਰ ਕਹਿਣ ਅਸੀਂ ਆਹ ਕੰਮ ਕਰਨਾ ਹੈ, ਫਿਰ ਮੇਅਰ ਦੀ ਵੀਟੋ ਨਹੀਂ ਕੰਮ ਕਰੂਗੀ ਜੀ। ਉਹਨਾਂ ਚਿਰ ਹੀ ਕੰਮ ਕਰੂਗੀ ਜੇ ਸਿੰਪਲ ਮੈਜੋਰਟੀ ਹੈ। ਇਹ ਕਿੱਥੋਂ ਕਿੰਨਾ ਕਾਮਯਾਬ ਹੁੰਦਾ ਹੈ ਉਹ ਤਾਂ ਹਾਲੇ ਸ਼ੁਰੂ ਕਰਨ ਲੱਗੇ ਆ। ਇਸ ਤੋਂ ਬਾਅਦ ਪਤਾ ਲੱਗਣਾ, ਅਗਲੇ ਸਾਲ ਕੁ ਤਾਂ ਦੇਣਾ ਚਾਹੀਦਾ ਸ਼ਾਇਦ। ਹਾਂਜੀ ਡਾਕਟਰ ਸਾਹਿਬ, ਸਾਲ ਦੇ ਵਿੱਚ ਪਤਾ ਲੱਗ ਜਾਊਗਾ ਜਿਹੜਾ ਇਹ ਨਵਾਂ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਕਿ ਇਹਦਾ ਰਿਜ਼ਲਟ ਕੀ ਸਾਹਮਣੇ ਆਉਂਦਾ। ਤੇ ਇੱਥੇ ਹੁਣ ਇਲੈਕਸ਼ਨ ਚੱਲਣ ਲੱਗੀ ਹੈ, ਇਹਨਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਮੇਅਰ ਕੈਂਡੀਡੇਟਸ ਨੂੰ ਵੀ ਤੁਸੀਂ ਕੀ ਸੋਚਦੇ ਵੀ ਇੱਥੇ ਕਾਮਯਾਬ ਹੋਊਗਾ ਜਾਂ ਨਹੀਂ। ਹਾਂਜੀ, ਜ਼ਰੂਰ ਡਾਕਟਰ ਸਾਹਿਬ ਪੁੱਛਣਾ ਚਾਹੀਦਾ। ਡਾਕਟਰ ਸਾਹਿਬ ਦੇਖੋ, ਵੈਸਟ ਵੱਲੋਂ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਹੈਗੇ, ਮਿਲਟਰੀ ਸਹਾਇਤਾ ਭੇਜੀ ਜਾ ਰਹੀ ਆ। ਹੁਣ ਇੱਕ ਰਿਪੋਰਟ ਆਈ ਆ,
ਉਸ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਵੈਸਟ ਵੱਲੋਂ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਆ ਉਹ ਤਾਂ ਗਾਇਬ ਹੀ ਹੋ ਰਹੇ ਆ। ਯੂਕਰੇਨ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ ਤੇ ਕੁਝ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਕਿ ਇਹ ਹੁਣ ਵੈਸਟ ਤੇ ਬੈਕਫਾਇਰ ਹੋਣ ਦੀ ਸੰਭਾਵਨਾ ਹੈਗੀ ਆ, ਜਿਸ ਤਰ੍ਹਾਂ 1980 ਦੇ ਦਹਾਕੇ ਦੇ ਵਿੱਚ ਹੋਇਆ ਸੀ। ਕੀ ਕਹਿਣਾ ਚਾਹੋਗੇ ਤੁਸੀਂ ਕਿ ਇਸ ਵੱਧ ਰਹੀ ਕਰਪਸ਼ਨ ਬਾਰੇ ਯੂਕਰੇਨ ਦੇ ਵਿੱਚ ਤੇ ਵੈਸਟ ਦੀ ਉਹਨਾਂ ਨੂੰ ਦਿੱਤੀ ਜਾਣ ਵਾਲੀ ਮਿਲਟਰੀ ਸਹਾਇਤਾ ਦੇ ਬਾਰੇ? ਹੁਣ ਬਹੁਤੇ ਲੋਕਾਂ ਨੇ ਤਾਂ ਇਹ ਗੱਲ ਕੀਤੀ ਹੈ ਕਿ ਜੋ ਕੁਝ 1980 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਹੋਇਆ ਸੀ ਨਾ, ਹਾਂਜੀ, ਉਹਦੀ ਰੈਪਿਊਟੇਸ਼ਨ ਹੀ ਚੱਲ ਰਹੀ ਹੈ ਇੱਥੇ ਜੀ ਯੂਕਰੇਨ ਦੇ ਵਿੱਚ। ਆਪਣੇ ਕਹਿੰਦੇ ਹੁੰਦੇ ਨੇ, ਚਣਕਿਆ ਕਹਿੰਦਾ ਹੁੰਦਾ ਸੀ, ਐਨਮੀਜ਼ ਐਨਮੀ ਇਜ਼ ਮਾਈ ਫਰੈਂਡ। ਜੀ, ਮੇਰੇ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ ਹੈ। ਜੀ, ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਤੇ ਜਿਹੜਾ ਸਾਡਾ ਦੁਸ਼ਮਣ ਮਤਲਬ ਅਮਰੀਕਾ ਵਾਲੇ ਤਾਂ ਯੂਰਪੀਅਨ ਯੂਨੀਅਨ ਦਾ ਔਰ ਪੱਛਮੀ ਦੇਸ਼ਾਂ ਦਾ ਕਹਿ ਲਓ ਕਿ 1980 ਦੇ ਵਿੱਚ ਸੋਵੀਅਤ ਯੂਨੀਅਨ ਦਾ ਰਸ਼ੀਆ ਵਾਲੇ ਦੁਸ਼ਮਣ ਸੀ, ਤਾਂ ਉਹਨਾਂ ਦੇ ਦੁਸ਼ਮਣ ਬਣ ਗਏ ਮੁਜਾਹਿਦੀਨ ਜਿਹੜੇ ਤਾਲਿਬਾਨ ਤੋਂ ਪਹਿਲਾਂ ਆਏ ਸੀ ਪਾਵਰ ਦੇ ਵਿੱਚ। ਤੇ ਇਹਨਾਂ ਨੇ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਸਾਥ ਦਿੱਤਾ, ਹਾਲਾਂਕਿ ਇਹਨਾਂ ਦੀ ਕੋਈ ਗੱਲ ਨਹੀਂ ਸੀ ਰਲਦੀ। ਜੋ ਕੁਝ ਮੁਜਾਹਿਦੀਨ ਕਰਦੇ ਸੀ, ਚਾਹੇ ਉਹ ਪਰਸਨਲ ਕਰਪਸ਼ਨ ਕਰਦੇ ਹੋਣ ਜਾਂ ਜਿੱਦਾਂ ਦੇ ਉਹਨਾਂ ਦੇ ਵਿਚਾਰ ਸੀ। ਅੱਜ ਕੱਲ੍ਹ ਤੁਸੀਂ ਦੇਖੋ, ਅਖਬਾਰ ਪੜ੍ਹ ਕੇ, ਮੀਡੀਆ ਨੂੰ ਸੁਣ ਕੇ, ਇਹ ਤਾਲਿਬਾਨ ਨੂੰ ਇਦਾਂ ਦੇ ਪੇਸ਼ ਕਰਦੇ ਆ ਕਿ ਇਹ ਕਿਤੇ ਪੱਥਰ ਯੁੱਗ ਦੇ ਵਿੱਚ ਰਹਿੰਦੇ ਆ, ਕਿ ਇਹ ਬੜੇ ਮਾੜੇ ਖਿਆਲ ਆ ਇਹਨਾਂ ਦੇ, ਔਰਤਾਂ ਬਾਰੇ ਮਾੜੇ ਖਿਆਲ ਹੈ। ਇਹ ਹੁਣ ਤਾਂ ਨਹੀਂ ਸ਼ੁਰੂ ਹੋਏ, ਇਹ ਤਾਂ ਮੁਜਾਹਿਦੀਨਾਂ ਦੇ ਵੀ ਖਿਆਲ ਇਦਾਂ ਦੇ ਸੀ, ਪਹਿਲਾਂ ਤੋਂ ਹੀ ਸੀ। ਉਦੋਂ ਇਹ ਉਹਨਾਂ ਨੂੰ ਇੱਥੇ ਅਮਰੀਕਾ ਸੱਦ ਕੇ ਪਾਰਟੀਆਂ ਕਰਦੇ ਸੀ, ਉਹਨਾਂ ਨੂੰ ਹਥਿਆਰ ਦਿੰਦੇ ਸੀ। ਹਾਂਜੀ, ਅੱਛਾ, ਉਹਨਾਂ ਹਥਿਆਰਾਂ ਦੀ ਗੱਲ ਹੈ ਕਿ ਮੈਨੂੰ ਯਾਦ ਹੈ ਇੱਕ ਪੇਪਰ ਪੜ੍ਹਿਆ ਸੀ, ਜਨਰਲ ਕਰਾਮਾਤ ਦੇ ਆਥਰ ਸੀਗੇ ਉਹਦੇ, ਉਹਨਾਂ ਨੇ ਇੱਕ ਸੈਮੀਨਾਰ ਨੂੰ ਭੇਜਿਆ ਕਿ ਜੇ ਹਿੰਦੁਸਤਾਨ ਤਾਂ ਪਾਕਿਸਤਾਨ ਦੇ ਵਿੱਚ ਇੱਕ AK-47 ਕਲਚਰ ਸ਼ੁਰੂ ਹੋਇਆ ਨਾ, ਉਹ ਅਫਗਾਨਿਸਤਾਨ ਨੂੰ ਲੜਾਈ ਕਰਕੇ ਹੋਇਆ। ਇਹਨਾਂ ਨੇ ਤਾਂ ਫਲੱਡ ਕਰਤਾ ਉਹਨੂੰ, ਅਫਗਾਨਿਸਤਾਨ ਨੂੰ, ਇੱਥੋਂ ਸਾਊਦੀ ਅਰੇਬੀਆ ਨੇ, ਅਮਰੀਕਾ ਨੇ, ਇੰਗਲੈਂਡ ਨੇ, ਫਰਾਂਸ ਵਾਲਿਆਂ ਨੇ, ਇਹ ਤਾਂ ਪੈਸੇ ਭੇਜੇ ਉੱਥੇ, AK-47 ਖਰੀਦ ਲਓ, ਆਹ ਖਰੀਦ ਲਓ, M16 ਖਰੀਦ ਲਓ। ਤੇ ਉਹ ਉਦੋਂ ਵੀ ਇਦਾਂ ਹੀ ਕਰਦੇ ਸੀ ਕਿ ਉਹ ਐਕਚੁਅਲੀ ਮੁਜਾਹਿਦੀਨਾਂ ਦੇ ਘੱਟ ਜਾਂਦੀਆਂ ਸੀ ਤੇ ਰਾਜ ਜ਼ਿਆਦਾ ਵਿਕਦੀਆਂ ਸੀ। ਤੇ ਉਹ ਹਰੇਕ ਹੀ ਪਿੰਡ ਦੇ ਕੋਲ ਲੋਕੀ ਹੈਗੇ ਆ। ਤੁਸੀਂ ਅੱਜ ਵੀ ਜੇ ਲੈਂਦੇ ਪੰਜਾਬ ਦਾ ਕੋਈ ਵਿਆਹ ਦੀ ਵੀਡੀਓ ਦੇਖ ਲਓ ਨਾ, ਤਾਂ ਉੱਥੇ AK-47 ਚਲਾਉਂਦੇ ਆ। ਸਾਡੇ ਵੀ ਚਲਾਉਂਦੇ ਆ, ਪਰ ਸਾਡੇ ਰਿਵਾਲਵਰ ਚਲਾਉਂਦੇ ਆ। ਹਾਂਜੀ, ਸਾਡੇ ਰਿਵਾਲਵਰ ਹੁਣ ਬੈਨ ਕਰਦੇ ਨਾ, ਕਈ ਗੋਲੀਆਂ ਉੱਥੇ ਬਰਾਤੀਆਂ ਦੇ ਲੱਗ ਗਈਆਂ। ਹਾਂਜੀ, ਬੰਦੇ, ਖੁਸ਼ੀ ਦਾ ਮਾਹੌਲ ਹੁੰਦਾ, ਬੰਦਾ ਮਾਰ ਲੈਂਦੇ ਆ। ਜੀ, ਤੁਸੀਂ ਜੇ ਲਹਿੰਦੇ ਪੰਜਾਬ ਦੀਆਂ ਵੀਡੀਓ ਦੇਖਦੇ ਆ ਨਾ, ਤਾਂ ਉਹਨਾਂ ਦੇ ਵਿੱਚ ਉਹ AK-47 ਤਾਂ ਨੂੰ ਕਰਕੇ ਚਲਾਉਂਦੇ ਆ, ਫੜ ਮਤਲਬ ਇੰਨੀਆਂ ਗੋਲੀਆਂ ਨਿਕਲਦੀਆਂ। ਇਹ ਕਿੱਥੋਂ ਆਇਆ ਕਲਚਰ? ਇਹ ਕਲਚਰ ਉਦੋਂ ਆਇਆ ਜਦੋਂ ਪੱਛਮੀ ਦੇਸ਼ ਅਫਗਾਨਿਸਤਾਨ ਦੇ ਵਿੱਚ ਮੁਜਾਹਿਦੀਨਾਂ ਨੂੰ ਹਥਿਆਰ ਭੇਜਦੇ ਸੀ। ਸੋ ਉਹ ਹਥਿਆਰ ਉਹ ਇਕੱਲੇ ਉਹਨਾਂ ਦੇ ਕੋਲ ਹੀ ਨਹੀਂ ਗਏ, ਉਹ ਹੋਰਨਾਂ ਲੋਕਾਂ ਦੇ ਕੋਲ ਵੀ ਆਏ, ਹੋਰਨਾਂ ਮੂਵਮੈਂਟਸ ਦੇ ਕੋਲ ਵੀ ਗਏ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਚੱਲਦੀ ਸੀ ਮੂਵਮੈਂਟ, ਉਹਨਾਂ ਦੇ ਕੋਲ ਵੀ ਗਏ। ਸ੍ਰੀਲੰਕਾ ਦੇ ਵਿੱਚ ਚੱਲਦੀ ਸੀ ਮੂਵਮੈਂਟ, ਉਹਨਾਂ ਦੇ ਕੋਲ ਵੀ ਗਏ ਆ, ਜਿਹਦੇ ਕਿ ਗੰਭੀਰ ਸਿੱਟੇ ਨਿਕਲੇ ਬਾਅਦ ਦੇ ਵਿੱਚ। ਤੇ ਇਹ ਗੱਲ ਹੁਣ ਆਲੋਚਕ ਕਰਦੇ ਆ ਕਿ ਯੂਕਰੇਨ ਦੇ ਵਿੱਚ ਜਿੰਨੇ ਹਥਿਆਰ ਜਾਂਦੇ ਆ, ਉਹ ਫਰੰਟ ਲਾਈਨ ਤੇ ਤਾਂ ਪਹੁੰਚਦੇ ਨਹੀਂ, ਬਿਲਕੁਲ ਥੋੜੇ ਜਿਹਾ ਪਹੁੰਚਦੇ ਉਹਨਾਂ ਦੇ ਕੋਲ, ਤੇ ਬਾਕੀ ਦੇ ਜਾਂਦੇ ਕਿੱਥੇ ਆ? ਇੱਕ ਵਾਰ ਤਾਂ ਉਹਨਾਂ ਨੇ ਕਿਹਾ ਸੀ ਵੀ ਚਲੋ ਮਿਡਲ ਈਸਟ ਦੇ ਵਿੱਚ ਜਾਂਦੇ ਆ, ਮਿਡਲ ਈਸਟ ਦੇ ਚੁੱਪ ਕਰ ਗਏ ਇਹ, ਕਿਉਂਕਿ ਮੀਡੀਆ ਨੇ ਜੇ ਮਿਡਲ ਈਸਟ ਦਾ ਨਾਂ ਲਿਆ ਸੀ ਤਾਂ ਹੁਣ ਇਸ਼ੂ ਤਾਂ ਹੈਗੀ ਮਿਡਲ ਈਸਟ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਗਏ ਆ। ਹਾਂਜੀ, ਕਿਹੜੀਆਂ ਮੂਵਮੈਂਟਸ ਦੇ ਕੋਲ ਗਏ ਤੇ ਉਹ ਕਿੱਦਾਂ ਵਰਤਦੇ ਆ। ਉਹ ਜੇ ਖਬਰਾਂ ਆ ਜਾਣ ਤੇ ਉਹ ਉਹਨਾਂ ਮੂਵਮੈਂਟਸ ਦੇ ਕੋਲ ਗਏ ਆ ਜਿਹੜੇ ਅਮਰੀਕਾ ਦੇ ਖਿਲਾਫ ਲੜਦੇ ਐਕਚੁਅਲੀ। ਹਾਂਜੀ, ਜਿਹੜੇ ਇਜ਼ਰਾਈਲ ਦੇ ਖਿਲਾਫ ਲੜਦੇ ਜੀ, ਉਹਨਾਂ ਦੇ ਹੱਥਾਂ ਦੇ ਵਿੱਚ ਗਏ, ਇਸ ਕਰਕੇ ਚੁੱਪ ਕਰ ਗਏ। ਅੱਛਾ, ਚੁੱਪ ਕਰੇ। ਇੱਕ ਜ਼ੇਲੈਂਸਕੀ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਕਿ ਪੰਡੋਰਾ ਪੇਪਰ ਆਏ ਸੀ ਇੱਕ ਵਾਰੀ, ਜਿਹਦੇ ਵਿੱਚ ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਦਾ ਨਾਂ ਸੀ ਕਿ ਇਹਨਾਂ ਨੇ
ਕੰਪਨੀਆਂ ਖੋਲੀਆਂ ਆ ਬਾਹਰਲੇ ਕਈ ਦੇਸ਼ਾਂ ਦੇ ਵਿੱਚ। ਉਹਨਾਂ ਨੇ ਆਫਸ਼ੋਰ ਕਨੈਕਸ਼ਨਸ ਦੇ ਬਾਰੇ ਸੀ। ਇਹ ਇਲੀਗਲ ਪੈਸਾ ਜਿਹੜਾ ਗੈਰ ਕਾਨੂੰਨੀ ਇਕੱਠਾ ਕੀਤਾ ਸੀ ਉਹ ਇਹਨਾਂ ਕੰਪਨੀਆਂ ਦੇ ਵਿੱਚ, ਇਹਨਾਂ ਬੈਂਕਾਂ ਦੇ ਵਿੱਚ ਪਿਆ ਸੀ। ਉਹ ਲੀਕ ਹੋ ਗਈ ਇਨਫੋਰਮੇਸ਼ਨ। ਹਾਂਜੀ, ਪੰਡੋਰਾ ਪੇਪਰ ਤਾਂ ਹੀ ਕਹਿੰਦੇ ਸੀ ਉਹਨਾਂ ਨੂੰ। ਹਾਂਜੀ, ਉਹ ਹਿੰਦੁਸਤਾਨ ਦੇ ਵੀ ਬੰਦੇ ਬਹੁਤ ਸੀ ਉਹਨਾਂ ਦੇ ਵਿੱਚ, ਇੱਥੇ ਕੈਨੇਡਾ ਦੇ ਵੀ ਬੰਦੇ ਸੀਗੇ ਜਿਹੜੇ ਕਿ ਇਹਨਾਂ ਨੇ ਲੁਕੋ ਲਿਆ ਸਾਰੀ ਗੱਲਬਾਤ। ਹਾਂਜੀ, ਇਹਨਾਂ ਬੰਦਿਆਂ ਨੇ ਆਫਸ਼ੋਰ ਅਕਾਊਂਟ ਖੋਲੇ ਹੋਏ ਆ, ਗੈਰ ਕਾਨੂੰਨੀ ਜਿਹੜਾ ਪੈਸਾ ਇਹਨਾਂ ਦੇ ਕੋਲ ਆਉਂਦਾ ਉੱਥੇ ਰੱਖਦੇ ਆ। ਹਾਂਜੀ, ਤਾਂ ਉਹਨਾਂ ਦੇ ਵਿੱਚ ਜ਼ੈਲੈਂਸਕੀ ਦਾ ਵੀ ਨਾਂ ਸੀ। ਜੀ ਬਿਲਕੁਲ, ਜ਼ੈਲੈਂਸਕੀ ਸਾਹਿਬ ਤਾਂ ਮੁੱਕਰੇ ਗਿਆ ਸੀ ਡਾਕਟਰ ਸਾਹਿਬ ਡਿਟੇਲਸ ਦੇਣ ਤੋਂ। ਹੁਣ ਗਾਰਡੀਅਨ ਪੇਪਰ ਜਿਹੜਾ ਇੰਗਲੈਂਡ ਦਾ ਆ, ਉਹ ਇਸ ਵੇਲੇ ਇਨਵੈਸਟੀਗੇਸ਼ਨ ਕਰ ਹੀ ਰਿਹਾ ਸੀ ਜਦੋਂ ਰਸ਼ੀਆ ਨੇ ਇਨਵੇਡ ਕੀਤਾ ਇਹਨੂੰ, ਆਪਣੇ ਯੂਕਰੇਨ ਨੂੰ। ਉਸ ਵੇਲੇ ਉਹਨਾਂ ਦੇ ਡੇਲੀ ਆਉਂਦੀ ਹੁੰਦੀ ਸੀ ਖਬਰ ਵੀ ਜ਼ੈਲੈਂਸਕੀ ਨੇ ਕਿਹੜੀਆਂ ਕੰਪਨੀਆਂ ਬਣਾ ਕੇ ਕਿੱਦਾਂ ਪੈਸੇ ਕੱਢੇ ਉੱਥੇ। ਉਦੋਂ ਬਾਅਦ ਫਿਰ ਚੁੱਪ ਕਰ ਗਏ ਇੱਕਦਮ। ਉਹ ਪੰਡੋਰਾਸ ਪੇਪਰ ਖਤਮ ਹੋ ਗਏ। ਉਹ ਤਾਂ ਹਾਲੇ ਵੀ ਉੱਥੇ ਹੀ ਆ, ਉਹਨਾਂ ਦੀ ਡਿਟੇਲ ਸਾਰੀਆਂ ਉੱਥੇ ਹੀ ਪਈਆਂ। ਹਾਂਜੀ, ਹੁਣ ਜ਼ੈਲੈਂਸਕੀ ਬਾਰੇ ਕੋਈ ਗੱਲ ਨਹੀਂ ਕਰਦੇ। ਨਹੀਂ, ਬਿਲਕੁਲ ਵੀ ਨਹੀਂ। ਜੇ ਗੱਲ ਕਰਦੇ ਤਾਂ ਮਤਲਬ ਹੁਣ ਉਹ ਇਸ ਤਰ੍ਹਾਂ ਦਾ ਬਣਿਆ, ਨੈਲਸਨ ਮੰਡੇਲਾ ਬਣਿਆ ਇਹਨਾਂ ਲਈ, ਕਿ ਇਹ ਤਾਂ ਕੀ ਕਹਿੰਦੇ ਹੁੰਦੇ ਆ, ਆਜ਼ਾਦੀ ਘੁਲਾਟੀਆ ਹੈ। ਹਾਂਜੀ, ਇਹ ਪਹਿਲਾਂ ਆਜ਼ਾਦੀ ਘੁਲਾਟੀਏ ਤਾਲੀਬਾਨ ਵਾਲੇ ਹੁੰਦੇ ਸੀ ਤੇ ਹੁਣ ਜ਼ੈਲੈਂਸਕੀ ਬਣ ਗਿਆ ਜੀ। ਤੇ ਉਹਨਾਂ ਦੇ ਆਜ਼ਾਦੀ ਘੁਲਾਟੀਆਂ ਨੇ ਦਿਖਾਲਤੇ ਆਪਣੇ ਕਲਰ। ਹਾਂਜੀ, ਤੇ ਇਹ ਜ਼ੈਲੈਂਸਕੀ ਦੇ ਕਲਰ ਦੇਖ ਲੈਣ ਜੀ। ਬਿਲਕੁਲ, ਉੱਥੇ ਦੇ ਯੂਕਰੇਨ ਦੇ ਲੋਕਾਂ ਨੇ ਇੱਕ ਇਸ਼ੂ ਕੀਤੀ ਹੈ ਜਾਰੀ, ਉਹਨਾਂ ਨੇ ਇੱਕ ਪਟੀਸ਼ਨ ਬਣਾਈ, 27,000 ਲੋਕਾਂ ਨੇ ਸਾਈਨ ਕੀਤੇ ਆ। ਹਾਂਜੀ, ਇਹਨਾਂ ਨੇ 18 ਸਾਲ ਤੋਂ 60 ਸਾਲ ਦੇ ਜਿਹੜੇ ਬੰਦੇ ਆ, ਆਦਮੀ ਆ, ਮਰਦ ਹੈ, ਮੇਲ ਸਿਟੀਜ਼ਨ ਆ, ਉਹਨਾਂ ਤੇ ਪਾਬੰਦੀ ਲਾਤੀ ਕਿ ਉਹ ਯੂਕਰੇਨ ਛੱਡ ਕੇ ਨਹੀਂ ਜਾ ਸਕਦੇ। ਹਾਂਜੀ, ਕਿਉਂਕਿ ਉਹਨਾਂ ਨੂੰ ਅਸੀਂ ਫੌਜ ਦੇ ਵਿੱਚ ਭਰਤੀ ਕਰਨਾ ਹੈ। ਕਹਿੰਦੇ ਕਿ ਸਿਖਲਾਈ ਦੇਣੀ ਚਾਹੁੰਦੇ ਆ ਅਸੀਂ। ਹੁਣ 59 ਸਾਲ ਦੇ ਬੰਦੇ ਨੂੰ ਤੁਸੀਂ ਫੌਜ ਦੇ ਵਿੱਚ ਭਰਤੀ ਕਰੋਗੇ। ਵੈਸੇ ਵੀ ਸਾਡੀ ਫੌਜ ਦੇ ਵਿੱਚ 45 ਸਾਲ ਤੋਂ ਵੱਧ ਦਾ ਫੌਜੀ ਨਹੀਂ ਰੱਖਦੇ। ਹਾਂਜੀ, ਉਹਨਾਂ ਦੀ ਅਖੀਰਲੀ ਜਿਹੜੀ ਰਿਟਾਇਰਮੈਂਟ ਏਜ ਹੁੰਦੀ ਹੈ ਇੰਨੀ ਹੁੰਦੀ ਹੈ ਜੀ। ਬਹੁਤੇ ਤਾਂ ਅਫਸਰਾਂ ਦੀ ਵੀ ਪਹਿਲਾਂ ਇਦਾਂ ਹੁੰਦੀ ਸੀ ਕਿ ਜੇ ਤੁਸੀਂ ਮੇਜਰ ਰਿਟਾਇਰ ਹੋਣਾ 50 ਸਾਲ ਦੇ ਹੋਣੇ, ਕਰਨਲ ਲੈਫਟੀਨੈਂਟ ਕਰਨਲ ਰਿਟਾਇਰ ਹੋਣਾ 52 ਦੇ ਆ, ਫੁੱਲ ਕਰਨਲ ਰਿਟਾਇਰ ਹੋਣਾ 55 ਦੇ ਆ, ਤਾਂ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜਦੋਂ ਬੰਦਾ ਬੁੱਢਾ ਹੋਈ ਜਾਂਦਾ ਉਹਦੀ ਫਿਜ਼ੀਕਲ ਸਟਰੈਂਥ ਨਹੀਂ ਰਹਿੰਦੀ, ਉਹਦੀ ਮੈਂਟਲ ਸਟਰੈਂਥ ਨਹੀਂ ਰਹਿੰਦੀ ਜੀ। ਨਾਲੇ ਡਾਕਟਰ ਸਾਹਿਬ ਸਾਰੇ ਬੰਦੇ ਉਹ ਲੜਾਈ ਕਰਨ ਦੇ ਲਈ, ਲੜਾਈ ਦੇ ਮੈਦਾਨ 'ਚ ਜਾਣ ਲਈ ਤਾਂ ਫਿਜ਼ੀਕਲੀ ਫਿੱਟ ਵੀ ਨਹੀਂ ਹੁੰਦੇ। ਸਾਰੇ ਬੰਦੇ ਨਹੀਂ ਫਿੱਟ ਹੁੰਦੇ, ਨਾ ਉਹਨਾਂ ਨੂੰ ਪਤਾ ਹੀ ਹੈ, ਨਾ ਉਹਨਾਂ ਦਾ ਕਈਆਂ ਦਾ ਬੰਦਿਆਂ ਦਾ, ਸਾਰੇ ਬੰਦਿਆਂ ਦਾ ਇਹ ਨਹੀਂ ਹੁੰਦਾ ਕਿ ਅਸੀਂ ਲੜਨਾ ਚਾਹੁੰਦੇ। ਹਾਂਜੀ, ਕਿਸੇ ਬੰਦੇ ਦੇ ਹੁੰਦਾ ਮਨ ਦੇ ਵਿੱਚ ਵੀ ਮੈਂ ਲੜਨਾ ਹੈ ਜੀ। ਫਿਰ ਉਹ ਬੰਦੇ ਇਹ ਨਹੀਂ ਵੀ ਉਹ ਨਿਕਲਦੇ ਨਹੀਂ ਯੂਕਰੇਨ ਦੇ ਵਿੱਚੋਂ, ਬੰਦੇ ਆਉਂਦੇ ਆ। ਤੁਸੀਂ ਦੇਖਿਆ ਇੱਥੇ ਯੂਕਰੇਨ ਦੇ ਜਿੰਨੇ ਰੈਫਿਊਜੀ ਆਏ ਆ ਉਹਨਾਂ ਦੇ ਵਿੱਚ ਮਰਦ ਵੀ ਆਏ। ਹਾਂਜੀ, ਉਹ ਫਿਰ ਹੁਣ ਬਾਰਡਰ ਗਾਰਡ ਜਿਹੜੇ ਲੱਗੇ ਆ ਯੂਕਰੇਨ ਦੇ ਵਿੱਚ, ਪੁਲਿਸ ਵਾਲੇ ਆ, ਉਹਨਾਂ ਦੀ ਚਾਂਦੀ ਹੋਈ ਪਈ ਹੈ। ਪੈਸੇ ਦੇ ਕੇ ਆਉਂਦੇ ਆ, ਕਿਉਂਕਿ ਅਪ ਟੂ $10,000 $10,000 ਦੀ ਜਿੱਦਾਂ 5,000 ਤੋਂ ਕੀਮਤ ਸ਼ੁਰੂ ਹੁੰਦੀ ਆ। ਹਾਂਜੀ, ਡਿਪੈਂਡ ਕਰਦਾ ਕਿੰਨੀ ਕਿ ਰਿਸ਼ਵਤ ਲੈ ਰਿਹਾ ਕੋਈ ਜੀ। 5,000 ਤੋਂ $10,000 ਦੇ ਕੇ ਇੱਥੇ ਆਉਂਦੇ ਆ। ਹਾਂਜੀ, ਇਹ ਨਹੀਂ ਵੀ ਇਹਨਾਂ ਤੋਂ ਪੈਸੇ ਹੈ ਨਹੀਂ ਜੀ। ਉਹ ਬਚਣ ਦੀ ਕੋਸ਼ਿਸ਼ ਆ ਉਹਨਾਂ ਦੀ। ਜੇ ਜ਼ੈਲੈਂਸਕੀ ਦੀ ਦੇਸ਼ ਭਗਤੀ ਹੈ ਇਹ ਖੁਦ ਜਾ ਕੇ ਮੋਹਰੇ ਲੜ ਲਵੇ ਉੱਥੇ ਜੀ। ਡਾਕਟਰ ਸਾਹਿਬ ਖੁਦ ਤਾਂ ਕਿਹਾ ਕਿ ਜਦੋਂ ਤੱਕ ਮਾਰਸ਼ਲ ਲਾਅ ਹਟਾਇਆ ਨਹੀਂ ਜਾਂਦਾ ਦੇਸ਼ ਛੱਡ ਕੇ ਜਾ ਨਹੀਂ ਸਕਦੇ ਮੇਰੇ ਸਿਟੀਜ਼ਨ। ਬਲੀ ਦੇ ਬੱਕਰੇ ਬਣਾਇਆ ਉਹਨਾਂ ਨੂੰ। ਹਾਂਜੀ, ਇਸ ਕਰਕੇ ਇਹਨਾਂ ਦੀ ਆਲੋਚਨਾ ਹੋ ਰਹੀ ਹੈ ਕਿ ਦੇਖੋ ਕਰਪਸ਼ਨ ਕਿੰਨੀ ਚੱਲ ਰਹੀ ਹੈ। ਫਿਰ ਇਕਨੋਮਿਸਟ ਜਿਹੜੇ ਦੁਨੀਆ ਭਰਦੇ ਆ ਉਹ ਇਹ ਰੌਲਾ ਪਾਉਂਦੇ ਆ, ਉਹ ਕਹਿੰਦੇ ਕਿ ਮਿਲਟਰੀ ਤੌਰ ਤੇ ਤਾਂ ਇਹਨੇ ਹਰਨਾ ਹੀ ਹਰਨਾ, ਜੁਦੀ ਗੱਲ ਹੈ। ਹਾਂਜੀ, ਪਰ ਇਹਨਾਂ ਦੀ ਇਕਨੋਮੀ ਪਹਿਲਾਂ ਕਲੈਪਸ ਹੋ ਜਾਣੀ ਹੈ। ਡਾਕਟਰ ਸਾਹਿਬ ਜਿਹੜੇ ਯੂਕਰੇਨ ਦੇ ਫੋਰਨ ਮਿਨਿਸਟਰ ਹੈਗੇ ਆ ਦਮਿਤਰੀ ਕੁਲੇਵਾ, ਉਹਨਾਂ ਦੀ ਵੀ ਗੱਲ ਸੁਣ ਲਓ। ਉਹ ਕਹਿੰਦੇ ਕਿ ਹੁਣ ਤਾਂ ਜਿਹੜੇ ਵੈਸਟ ਵਾਲੇ ਹੈਗੇ ਆ ਉਹ ਉਡੀਕ ਹੀ ਕਰ ਰਹੇ ਕਿ ਯੂਕਰੇਨ ਦਾ ਜਿਹੜਾ ਪਤਨ ਨਾ ਹੋ ਜਾਵੇ। ਕਹਿੰਦੇ ਕਿ ਜਦੋਂ ਵੀ ਮੈਂ ਕਿਤੇ ਜਾਣਾ, ਇੰਟਰਵਿਊ ਹੁੰਦੀ ਹੈ ਜਾਂ ਵੈਸੇ ਵੀ, ਕਹਿੰਦੇ ਕਿ ਮੇਰੇ ਜਿਹੜੇ ਹਮਰੁਤਬਾ ਨੇ ਉਹ ਮੈਨੂੰ ਇਹ ਪੁੱਛਦੇ ਕਿ ਯੂਕਰੇਨ ਕਿੰਨਾ ਕੁ ਸਮਾਂ ਰਸ਼ੀਆ ਦੇ ਸਾਹਮਣੇ ਡਟ ਸਕਦਾ, ਖੜ ਸਕਦਾ, ਕਿੰਨਾ ਕੁ ਸਮਾਂ ਇਹ। ਕਹਿੰਦੇ ਮੈਨੂੰ ਇਹ ਤਾਂ ਕਦੇ ਨਹੀਂ ਕਿਸੇ ਨੇ ਵੀ ਪੁੱਛਿਆ ਕਿ ਪੁਤਿਨ ਨੂੰ ਕਿਵੇਂ ਹਰਾਇਆ ਜਾ ਸਕਦਾ, ਆਪਾਂ ਕੀ ਕਰ ਸਕਦੇ ਆ ਰਸ਼ੀਆ ਨੂੰ ਹਰਾਉਣ ਦੇ ਲਈ। ਕਿਉਂਕਿ ਇਹ ਗੱਲ ਇਹਨਾਂ ਨੂੰ ਵੀ ਪਤਾ ਹੈ ਨਾ
हाँ जी, ਨਾ ਇਹ ਹਰਾਉਣ ਜੋਗੇ ਹੈਗੇ ਤਾਂ ਨਾ ਹਰਾ ਸਕਦੇ ਆ। ਅੰਦਰ ਖਾਤੇ ਸਾਰਾ ਕੁਝ ਹਾਂ, ਪਤਾ। ਪਬਲਿਕਲੀ ਜਸਟਿਨ ਟਰੂਡੋ ਨੇ ਥਾਪੀਆਂ ਮਾਰਨੀਆਂ ਆ, ਅਸੀਂ ਯੂਕਰੇਨ ਦੀ ਹੈਲਪ ਕਰਦੇ ਆ। ਹਾਂਜੀ, ਬਾਈਡਨ ਨੇ ਕਰਨੀਆਂ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਕਰਨੀਆਂ। ਪ੍ਰਾਈਵੇਟਲੀ ਇਹਨਾਂ ਦੇ ਸਾਰੇ ਆਫੀਸ਼ੀਅਲ ਇਹੀ ਦੇਖਦੇ ਆ ਕਿ ਤੁਸੀਂ ਕਿੰਨਾ ਕੁ ਚਿਰ ਖੜੋਗੇ, ਕਿਹੜੇ ਇਲਾਕੇ ਫਿਰ ਉਹਨਾਂ ਨੂੰ ਦਿਓਗੇ। ਇਹ ਉਹਨਾਂ ਦੀ ਇਹ ਗੱਲ ਹੈ। ਤੇ ਕਈ ਅੱਜ ਕੱਲ੍ਹ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਕਿਆਸ ਰਾਈਆਂ ਲਾ ਰਹੇ ਆ ਕਿ ਅਖੀਰਲੇ ਦਿਨ ਜ਼ੈਲੈਂਸਕੀ ਦਾ ਟ੍ਰਾਇਲ ਚੱਲਣਾ। ਹਾਂਜੀ, ਇਹਨਾਂ ਤੇ ਦੇਸ਼ ਧਰੋਹੀ ਹੋਣ ਦਾ ਟ੍ਰਾਇਲ ਚੱਲਣਾ, ਕਿਉਂਕਿ ਯੂਕਰੇਨ ਦੇ ਲੋਕੀ ਕਿੰਨੇ ਕੁ ਚਿਰ ਮਰੀ ਜਾਣਗੇ। ਹਾਂਜੀ, ਹੁਣ ਤੁਸੀਂ ਪਾਬੰਦੀਆਂ ਲਾਉਂਦੇ ਆ ਕਿ ਇੱਥੋਂ ਤੁਸੀਂ ਜਾ ਨਹੀਂ ਸਕਦੇ। ਇਹਦਾ ਮਤਲਬ ਲੋਕੀ ਨਹੀਂ ਲੜਨਾ ਚਾਹੁੰਦੇ ਤਾਂ ਹੀ ਨੱਠ ਰਹੇ ਹੋ। ਹਾਂਜੀ, ਔਰ ਖਾਸ ਤੌਰ ਤੇ 18 ਤੋਂ 60 ਸਾਲ ਦੇ ਮਰਦਾਂ ਤੇ ਜਿਹੜੀਆਂ ਪਾਬੰਦੀਆਂ ਲਾਈਆਂ ਆ, ਉਹਨਾਂ ਦੇ ਖਿਲਾਫ ਪਟੀਸ਼ਨ ਨੂੰ ਵੀ ਇਗਨੋਰ ਕੀਤਾ ਇਹਨਾਂ ਨੇ। ਹਾਂਜੀ, ਵੈਸੇ 25,000 ਦੀ ਜੇ ਸਿਗਨੇਚਰ ਹੋ ਜਾਣ ਤੇ ਮੰਨਿਆ ਜਾਂਦਾ ਉਹਨਾਂ ਦੀ ਲਾਅ ਦੇ ਵਿੱਚ ਕਿ ਉਹਦੇ ਤੇ ਫਿਰ ਗੌਰ ਕੀਤਾ ਜਾਂਦਾ। ਹਾਂਜੀ, ਤਾਂ ਫਿਰ ਵੀ 27,000 ਨੇ ਕੀਤੇ। ਇਹਨਾਂ ਦੇ 27,000 ਨੇ ਸਿਗਨੇਚਰ ਦੇਤੇ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਆਪਣੀ ਵੀਟੋ ਯੂਜ਼ ਕਰਕੇ ਉਹਨਾਂ ਨੂੰ ਥੱਲੇ ਸਿੱਟ ਦਿੱਤਾ। ਹਾਂਜੀ, ਉਹ ਕਹਿੰਦੇ ਫਿਰ ਕਿੰਨਾ ਕੁ ਚਿਰ ਕਰੋਗੇ। ਅਖੀਰਲੇ ਦਿਨ 'ਚ ਇਹ ਟ੍ਰਾਇਲ ਹੋਣਾ ਹੈ ਜ਼ੈਲੈਂਸਕੀ ਦਾ, ਜੇ ਇਸੇ ਤਰ੍ਹਾਂ ਜਾਰੀ ਰਹੀ ਜੰਗ ਇਹਨਾਂ ਦੀ। ਹਾਂਜੀ, ਪਰ ਇਸੇ ਤਰ੍ਹਾਂ ਜਾਰੀ ਜੰਗ ਨਹੀਂ ਰਹਿਣੀ, ਕਿਉਂਕਿ ਹੁਣ ਰਸ਼ੀਆ ਨੇ ਪਹਿਲਾਂ ਕ੍ਰਾਈਮੀਆ ਲਿਆ, ਫਿਰ ਡੌਨਬਾਸ ਰੀਜਨ ਲਿਆ। ਹੋ ਸਕਦਾ ਉਹ ਗਾਹਾਂ ਵੀ ਕੋਈ ਕੋਸ਼ਿਸ਼ ਕਰਨ। ਅਜੇ ਤਾਂ ਨਹੀਂ ਉਹਨਾਂ ਨੇ ਕੀਤੀ ਕੋਸ਼ਿਸ਼, ਪਰ ਜੇ ਉਹ ਕੋਸ਼ਿਸ਼ ਕਰਨ ਤਾਂ ਉਹ ਸਾਰਾ ਯੂਕਰੇਨ ਵੀ ਲੈ ਸਕਦੇ ਆ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ ਕਿ ਜੇਕਰ ਉਹ ਕੋਸ਼ਿਸ਼ ਕਰਦੇ ਹੈਗੇ ਆ ਤਾਂ। ਡਾਕਟਰ ਸਾਹਿਬ, ਵੈਸੇ ਤਾਂ ਤੁਸੀਂ ਸੁਣਿਆ ਹੀ ਹੋਣਾ ਕਿ ਜਿਹੜਾ ਬੰਦਾ ਦੂਜਿਆਂ ਦੇ ਲਈ ਟੋਆ ਪੁੱਟਦਾ ਨਾ, ਆਪ ਉਹਦੇ ਵਿੱਚ ਜਾ ਕੇ ਡਿੱਗ ਜਾਂਦਾ। ਜਿਹੜੀ ਇਹ ਕਹਾਵਤ ਹੈਗੀ ਆ, ਇਹ ਨਾ ਸੱਚ ਹੋ ਗਈ ਆ। ਸੈਂਟਰਲ ਰੋਮ ਦੀ ਖਬਰ ਆ ਇਹ। ਉੱਥੇ ਚੋਰਾਂ ਦੇ ਇੱਕ ਗਰੋਹ ਨੇ ਨਾ ਮਿਲ ਕੇ ਯੋਜਨਾ ਬਣਾਈ ਇੱਕ ਬੈਂਕ ਲੁੱਟਣ ਦੀ। ਤਾਂ ਫਿਰ ਜਿਹੜਾ ਚੋਰਾਂ ਦੇ ਵਿੱਚ ਜਿਹਨੂੰ ਸੁਰੰਗਾਂ ਪੱਟਣ ਦਾ ਤਜਰਬਾ ਸੀ, ਕਹਿ ਲਓ, ਜਿਹਨੂੰ ਆਉਂਦੀਆਂ ਸੀ, ਉਹ ਨਾ ਟਨਲ ਬਣਾ ਰਿਹਾ ਸੀਗਾ। ਤੇ ਹੋਇਆ ਕਿ ਟਨਲ ਬਣਾਉਂਦਾ ਉਹਦੇ ਅੰਦਰ ਹੀ ਸਟਕ ਹੋ ਗਿਆ। ਉਹ ਸੁਰੰਗ ਕਹਿੰਦੇ ਕਲੈਪਸ ਹੋ ਗਈ ਉਹਦੇ ਉੱਤੇ। ਹਾਂਜੀ, ਤੇ ਫਾਇਰ ਬ੍ਰਿਗੇਡ ਵਾਲੇ ਸੱਦੇ, ਉਹਨਾਂ ਨੂੰ ਕਈ ਘੰਟੇ ਲੱਗੇ ਉਹਨੂੰ ਥੱਲਿਓਂ ਕੱਢਣ ਨੂੰ। ਡਾਕਟਰ ਸਾਹਿਬ 8 ਘੰਟੇ ਤੋਂ ਜ਼ਿਆਦਾ ਸਮਾਂ ਲੱਗਿਆ। ਉੱਥੇ ਫਿਰ ਜਿੰਨੇ ਟੂਰਿਸਟ ਸੀ ਸਾਰੇ ਆਲੇ ਦੁਆਲੇ ਇਕੱਠੇ ਹੋ ਗਏ। ਇਹ ਬਹੁਤ ਸਾਰੇ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਤੇ ਵੀ ਜਾ ਕੇ ਦੇਖ ਸਕਦੇ ਹੋ। ਦੇਖੋ, ਪਹਿਲਾਂ ਅਸੀਂ ਜਿਹੜੇ ਹਿੰਦੀ ਮੂਵੀਆਂ 'ਚ ਦੇਖਦੇ ਹੁੰਦੇ ਸੀ ਕਿ ਕੈਦੀ ਸੁਰੰਗ ਬਣਾ ਕੇ ਬਾਹਰ ਨੂੰ ਨਿਕਲ ਰਹੇ। ਹਾਂਜੀ, ਇਹਨਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਕਿ ਬੈਂਕ ਨੂੰ ਜੇ ਲੁੱਟਣਾ ਆ ਤਾਂ ਬਾਹਰੋਂ ਸੁਰੰਗ ਬਣਾ ਕੇ ਉੱਥੇ ਤੱਕ ਪਹੁੰਚਿਆ ਜਾ ਸਕਦਾ। ਹਾਂਜੀ, ਵੈਸੇ ਤਾਂ ਬੈਂਕ ਵਾਲੇ ਵੈਸੇ ਹੀ ਦਰਵਾਜ਼ਾ ਖੋਲ ਦਿੰਦੇ ਆ, ਤੁਸੀਂ 9 ਵਜੇ ਚਲ ਜਾਓ, ਉਦੋਂ ਬਾਅਦ ਲੁੱਟ ਲਓ। ਇਹ ਵੀ ਚੋਰ ਵੀ ਤਾਂ ਉਦਾਂ ਦੇ ਹੀ ਆ ਵੀ ਰਾਤ ਨੂੰ ਹੀ ਲੁੱਟਣਾ ਸੀ। ਜੀ ਡਾਕਟਰ ਸਾਹਿਬ, ਪਰ ਤੁਸੀਂ ਆਪ ਦੇਖੋ ਕਿ ਉਹਨਾਂ ਨੇ ਸੋਚਿਆ ਤਾਂ ਇਹੀ ਸੀ ਵੀ ਅਸੀਂ ਸੁਰੰਗ ਬਣਾ ਲੈਣੀ ਹੈ, ਜਿੱਦਾਂ ਹੁਣ ਬੰਦਿਆਂ ਨੇ ਯੋਜਨਾ ਤਾਂ ਪੂਰੀ ਬਣਾਈ ਹੋਈ ਸੀ। ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਕਿੰਨਾ ਵਕਤ ਪਾਤਾ ਉਹਨਾਂ ਨੇ ਪ੍ਰਸ਼ਾਸਨ ਨੂੰ। 8 ਘੰਟੇ ਤੱਕ ਸਾਰਾ ਪ੍ਰਸ਼ਾਸਨ ਉਹਨੂੰ ਬਾਹਰ ਕੱਢਣ ਦੇ ਲਈ ਲੱਗਿਆ ਰਿਹਾ। ਦੇਖੋ, ਪ੍ਰਸ਼ਾਸਨ ਵੀ ਉਸ ਮੁਲਕ ਦਾ ਹੈ ਨਾ ਜਿੱਥੇ ਵੀ ਡੈਮੋਕ੍ਰੇਸੀ ਹੈ, ਜਿੱਥੇ ਪ੍ਰੈਸ਼ਰ ਪੈਂਦਾ ਹੈ ਸੋਸ਼ਲ ਮੀਡੀਆ ਦਾ, ਲੋਕ ਰਾਏ ਬਣਦੀ ਹੈ ਕਿ ਇਸ ਬੰਦੇ ਨੂੰ ਭਾਵੇਂ ਚੋਰੀ ਕਰਨ ਚੱਲਿਆ ਸੀ ਪਰ ਫੇਰ ਵੀ ਬਚਾਉਣ ਦਾ ਸਾਡਾ ਫਰਜ਼ ਬਣਦਾ, ਉਹਦੀ ਜਾਨ ਬਚਾਉਣਾ ਫਰਜ਼ ਬਣਦਾ। ਵੈਸੇ ਸਾਡੇ ਜੇ ਸੋਚਿਆ ਜਾਵੇ, ਲੋਕੀ ਕਹਿਣ ਇਹਨੂੰ ਉੱਤੋਂ ਦੀ ਬਲਡੋਜ਼ਰ ਲਿਆ ਕੇ ਤਾਂ ਥੱਲੇ ਹੀ ਦੱਬ ਦਿੰਦੇ ਚੰਗਾ ਸੀ। ਜੀ ਡਾਕਟਰ ਸਾਹਿਬ, ਜਿਹੜਾ ਬੰਦਾ ਚੋਰੀ ਕਰਨ ਚੱਲ ਗਿਆ ਇਹਨੂੰ ਕਿਉਂ ਬਚਾਉਣ ਲੱਗੇ ਆ, ਇੰਨੇ ਪੈਸੇ ਖਰਚਣ ਲੱਗੇ ਆ। ਜੀ ਡਾਕਟਰ ਸਾਹਿਬ, 8 ਘੰਟੇ ਦਾ ਸਮਾਂ ਲੱਗਿਆ। ਜਦੋਂ ਹੀ ਇਹ ਸ਼ੁਰੂ ਹੋਇਆ ਉਹਦੇ ਲਈ ਬਚਾਅ ਕਾਰਜ ਜਿਹਨੂੰ ਆਪਾਂ ਕਹਿ ਲੈਂਦੇ ਆ, ਉਸੇ ਵਕਤ ਲੋਕੀ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਤੇ ਲਾਈਵ ਹੋਣੇ ਸ਼ੁਰੂ ਹੋ ਗਏ। ਇੰਨੇ ਜ਼ਿਆਦਾ ਵੀਡੀਓਜ਼ ਵਾਇਰਲ ਹੋਏ ਨਾ, ਬਹੁਤ ਜ਼ਿਆਦਾ। ਉੱਥੇ ਤਾਂ ਐਂ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡਾ ਮੇਲਾ ਲੱਗਿਆ ਹੁੰਦਾ। ਦੇਖੋ, ਇਹ ਵੀ ਇਨਸਾਨੀਅਤ ਦੀ ਗੱਲ ਹੈ ਕਿ ਲੋਕੀ ਇੱਕ ਚੋਰ ਦੇ ਨਾਲ ਵੀ ਹਮਦਰਦੀ ਰੱਖਦੇ ਆ। ਹਾਂਜੀ ਡਾਕਟਰ ਸਾਹਿਬ, ਉਹ ਇਹ ਨਹੀਂ ਦੇਖਦੇ ਵੀ ਇਹ ਸੁਰੰਗ ਕਿਉਂ ਬਣਾ ਰਿਹਾ ਸੀ। ਹਾਂਜੀ, ਸੁਰੰਗ ਦੂਜੇ ਪਾਸੇ ਜਾ ਕੇ ਫਸਟ ਏਡ ਦੇਣੀ ਨਹੀਂ ਸੀ, ਇਹ ਚੋਰੀ ਕਰਨ ਆਇਆ ਸੀ। ਹਾਂਜੀ, ਮਤਲਬ ਵੱਖਰੇ ਵੱਖਰੇ ਰਾਏ ਆ ਨਾ। ਹਾਂਜੀ, ਬਹੁਤੇ ਲੋਕ ਏਦਾਂ ਸੋਚਣਗੇ ਵੀ ਠੀਕ ਹੈ, ਕੋਈ ਗੱਲ ਨਹੀਂ, ਇਹ ਜਿਹੜੀ ਇਹਦੀ ਸੁਰੰਗ ਆ ਕਲੈਪਸ ਹੋ ਗਈ ਸੀ, ਢਹਿ ਹੋ ਗਈ ਸੀ, ਉੱਤੇ ਲਿਆ ਕੇ ਬਲਡੋਜ਼ਰ ਚਾੜ ਦੇਣਾ ਚਾਹੀਦਾ ਵੀ ਥੱਲੇ ਨਿਕਲ ਹੀ ਨਾ। ਜੀ, ਤੇ ਅੱਜ ਦਾ ਵਿਚਾਰ ਕੀ ਹੈ?
हाँ जी डॉक्टर साहब ਅੱਜ ਦਾ ਵਿਚਾਰ ਹੈ ਜੀ ਕਦਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਆ ਕੱਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਨਾਲੋਂ ਵੱਡਾ ਹੁੰਦਾ ਹੈ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ ਸਾਡੇ ਸਟੂਡੀਓ ਦਾ ਨੰਬਰ ਹੈ 6045929191 6045929191 प्रोग्राम च साथ देने लिए बहुत बहुत शुक्रिया।